ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪਰਿਆਤ ਛੰਦ। ਨਮੋ ਪਾਦ ਕੰਚਨ। ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ। ਮਹਾ ਮੋਹ ਹੰਤਾ ਘਨਾਨੰਦ ਦਾਤਾ। ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ। ਸਦਾ ਸਰਬ ਥਾਨੰ ਸਦਾ ਸਰਬ ਭਰਤਾ। ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਗੁਰੂ ਕੀਆਂ ਸੰਗਤਾਂ ਬਹੁਤ ਹੀ ਚੰਗਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਨਿਤਨੇਮ ਨਾਲ ਹੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸਤ ਸੰਗਤ ਵਿੱਚ ਬੈਠ ਕਰਕੇ ਪਰਮ ਪਿਤਾ ਪਰਮੇਸ਼ਰ ਦੀ ਧੁਰ ਕੀ ਬਾਣੀ ਨੂੰ ਸਰਵਣ ਕਰਦੇ ਹੋ ਤੇ ਲਾਹੇ ਲੈਂਦੇ ਹੋ। ਸੋ ਦਰ ਰਹਿ ਰਾਸ ਹੈ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਆਪਣੇ ਇਸ ਜਨਮ ਦੇ ਸਮੇਂ ਨੂੰ ਜਿਹੜਾ ਹੈ ਸਹੀ ਟਾਈਮ ਦੇ ਵਿੱਚ ਲਾ ਕੇ ਸਫਲਾ ਕਰ ਰਹੇ ਹੋ। ਇਸ ਦੇ ਨਾਲ ਹੀ ਜੋ ਗੁਰੂ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ ਉਹ ਸਰਵਣ ਕਰਨ ਲਈ ਆਪ ਗੁਰੂ ਚਰਨਾਂ ਵਿੱਚ ਜੁੜਦੇ ਹੋ।
ਜਿਵੇਂ ਜੋ ਆਤਮ ਵਸਤੂ ਦੇ ਨਿਰਣੇ ਦੀ ਵਿਚਾਰ ਹੈ ਉਹ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਤਮ ਸਰੂਪ ਦੀ ਲਗਤਾ ਕਰਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵੀ ਪੁਰਖਾ ਤੇਰਾ ਜਿਹੜਾ ਆਤਮ ਸਰੂਪ ਹੈ ਉਹ ਤਿੰਨਾਂ ਸਰੀਰਾਂ ਤੋਂ ਜਿਹੜਾ ਕਾਰਨ ਸਥੂਲ ਸੂਖਮ ਇਹਨਾਂ ਤਿੰਨਾਂ ਸਰੀਰਾਂ ਤੋਂ ਪਰੇ ਹੈ, ਪੰਜ ਕੋਸ਼ਾਂ ਤੋਂ ਪਰੇ ਹੈ। ਮਨ ਬੁੱਧ ਚਿੱਤ ਹੰਕਾਰ ਤੋਂ ਤੇਰਾ ਆਤਮ ਸਰੂਪ ਪਰੇ ਹੈ, ਜੋ ਇੱਕ ਸਾਰ ਆਨੰਦ ਸਰੂਪ ਹੈ। ਉਸ ਸਰੂਪ ਦੀ ਲਖਤਾ ਸਤਿਗੁਰੂ ਜੀ ਨੇ ਕਰਾਈ, ਜਿਸ ਵਿੱਚ ਕੋਈ ਹਰਖ ਸੋਗ ਨਹੀਂ ਹੈ, ਦੁੱਖ ਸੁੱਖ ਜੰਮਣ ਮਰਨ ਨਹੀਂ ਹੈ। ਇਹ ਜੇ ਕਲਪਤ ਉਪਾਧੀ ਦੇ ਕਰਕੇ ਆਤਮ ਸਰੂਪ ਵਿੱਚ ਪ੍ਰਤੀਤ ਹੁੰਦਾ ਹੈ। ਪੁਰਖਾ ਤੇਰਾ ਆਤਮ ਸਰੂਪ ਇਹਨਾਂ ਸਾਰੇ ਮਨ ਬੁੱਧ ਚਿੱਤ ਅਹੰਕਾਰ ਤੋਂ ਹੀ ਪਰੇ ਹੈ। ਐਸੇ ਆਪਣੇ ਸਰੂਪ ਨੂੰ ਤੂੰ ਨਿਆਰਾ ਜਾਣ। ਇਹ ਗਿਆਨ ਦਾ ਉਪਦੇਸ਼ ਦੇ ਕੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਭਾਈ ਲਹਿਣਾ ਜੀ ਦੀ ਉਸੇ ਵੇਲੇ ਨਿਰਵਿਕਲਪ ਸਮਾਧੀ ਲੱਗ ਗਈ, ਜਿਸ ਵਿੱਚ ਕੋਈ ਫੁਰਨਾ ਨਹੀਂ ਹੁੰਦਾ। ਇੱਕ ਸਾਰ ਸੰਕਲਪ ਵਿਕਲਪ ਤੋਂ ਪਰੇ ਸਮਾਧੀ, ਉਹਦੇ ਵਿੱਚ ਲੀਨ ਹੋ ਗਏ। ਕੁਝ ਸਮਾਂ ਸਮਾਧੀ ਲੱਗੀ, ਇੱਕ ਰਸ ਅਖੰਡ ਸਮਾਧੀ। ਜਦੋਂ ਨੇਤਰ ਖੋਲ੍ਹਿਆ, ਅਗਮ ਅਗਾਧ ਸਤਿਗੁਰੂ ਜੀ ਸਾਹਮਣੇ ਬਿਰਾਜਮਾਨ ਬੈਠੇ ਹੋਏ ਦੇਖੇ, ਚਰਨਾਂ ਦੇ ਪੈ ਗਏ ਹੈ। ਚਰਨਾਂ ਦੇ ਢਹਿ ਕੇ ਫਿਰ ਜੋ ਗੁਰੂ ਸਾਹਿਬ ਜੀ ਦੀ ਵਡਿਆਈ ਕੀਤੀ ਹੈ ਉਹ ਪ੍ਰਸੰਗ ਅੱਜ ਅੱਗੋਂ ਆ ਰਿਹਾ ਹੈ। ਇਸੇ ਤਰ੍ਹਾਂ ਆਤਮਾ ਪਰਮਾਤਮਾ ਦੇ ਸੰਬੰਧ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਗੋਂਡ ਰਾਗ ਦੇ ਵਿੱਚ ਲਿਖਿਆ ਹੈ, ਅਚਰਜ ਕਥਾ ਮਹਾ ਅਨੂਪ, ਪਰਾਤਮਾ ਪਾਰ ਬ੍ਰਹਮ ਕਾ ਰੂਪ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਹੈ, ਨਾ ਇਹੋ ਬੁੱਢਾ ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਆਤਮਾ ਕਦੀ ਬੁੱਢਾ ਨਹੀਂ ਹੁੰਦਾ, ਕਦੀ ਉਹ ਬੱਚਾ ਨਹੀਂ ਹੈ, ਉਹਨੂੰ ਕੋਈ ਦੁੱਖ ਨਹੀਂ ਹੈ, ਨਾ ਜੰਮਦਾ ਜਾਲੀ ਹੈ। ਉਹ ਸੰਪੂਰਨ ਸ਼ਬਦ ਵਿੱਚ ਇਸ ਤਰ੍ਹਾਂ ਵਿਦਾਂਤ ਮਤ ਦੇ ਨਾਲ ਪੂਰੀ ਵਿਚਾਰ ਮਿਲਦੀ ਹੈ। ਆਤਮ ਸਰੂਪ ਦਾ ਹੀ ਉਹਦੇ ਵਿੱਚ ਕਥਨ ਕੀਤਾ ਹੈ। ਅਚਰਜ ਕਥਾ ਹੀ ਸਤਿਗੁਰੂ ਜੀ ਨੇ ਉਹ ਲਿਖੀ ਹੋਈ ਹੈ। ਤਾਂ ਅਚਰਜ ਕਥਾ ਵੀ ਜਿਹਦੇ ਬਾਰੇ ਕੁਝ ਕਿਹਾ ਨਾ ਜਾਏ, ਵਿਸਮਾਦ ਕਥਾ, ਉਹ ਉਸੇ ਤਰ੍ਹਾਂ ਦੇ ਸੰਬੰਧ ਵਿੱਚ ਜਿਵੇਂ ਇੱਥੇ ਲਿਖਿਆ ਹੋਇਆ ਪ੍ਰਸੰਗ ਆਪਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਭਾਈ ਲਹਿਣਾ ਜੀ ਸਤਿਗੁਰੂ ਜੀ ਦੇ ਚਰਨਾਂ 'ਤੇ ਢਹਿ ਪਏ ਮੱਥਾ ਟੇਕ ਰਹੇ ਹੈ। ਫਿਰ ਜਿਵੇਂ ਗੁਰੂ ਮਹਾਰਾਜ ਦੀ ਪ੍ਰਸ਼ੰਸਾ ਕੀਤੀ ਉਹ ਪ੍ਰਸੰਗ ਵਿਸਥਾਰ ਨਾਲ ਆ ਰਿਹਾ ਹੈ। ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪਰਿਆਤ ਛੰਦ, ਨਮੋ ਪਾਦ ਕੰਜੰ ਗੁਰੂ ਗਿਆਨ ਗਿਆਤਾ। ਇਵੇਂ ਨਮਸਕਾਰਾਤਮਕ ਮੰਗਲ ਵੀ ਹੈ। ਭੁਜੰਗ ਪਰਿਆਤ ਛੰਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਜੋ ਸਰਗੁਣ ਸਰੂਪ ਵਿੱਚ ਕੀਰਤਮ ਨਾਮ ਉਹ ਵੀ ਹੈ। ਜਿਵੇਂ ਗੁਰੂ ਕਲਗੀਧਰ ਪਿਤਾ ਜੀ ਨੇ ਭੁਜੰਗ ਪਰਿਆਤ ਛੰਦ, ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ
ਨਮਸਤੰ ਅਪੇਖੇ ਨਮਸਤੰ ਅਲੇਖੇ, ਜਿਵੇਂ ਸਤਿਗੁਰ ਜੀ ਨੇ ਲਿਖਿਆ ਹੈ ਉਸੇ ਤਰ੍ਹਾਂ ਹੀ ਹੈ ਇਹ ਭੁਜੰਗ ਪਰ ਯਾਦ ਛੰਦ। ਭਾਈ ਲਹਿਣਾ ਜੀ ਕਹਿਣ ਲੱਗੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਬ੍ਰਹਮ ਗਿਆਨ ਦੇ ਪੂਰੇ ਪੂਰੇ ਗਿਆਤਾ ਹੋ, ਪੂਰੇ ਪੂਰੇ ਬ੍ਰਹਮ ਗਿਆਨ ਦੇ ਜਾਣਕਾਰ ਹੋ। ਇੱਕ ਤੇ ਹੁੰਦਾ ਵੀ ਬ੍ਰਹਮ ਗਿਆਨ ਸੁਣਿਆ ਸੁਣਾਇਆ ਕਥਨ ਕਰਨਾ, ਅਹੰ ਬ੍ਰਹਮਾਸਮੀ, ਉਂਝ ਬ੍ਰਹਮ ਗਿਆਨੀ ਹੋਣਾ ਨਾ, ਸੁਣ ਕੇ ਮੁੱਖੋਂ ਕਥਨ ਕਰੀ ਜਾਣਾ। ਇੱਕ ਹੁੰਦਾ ਵੀ ਅਨੁਭਵੀ, ਪੂਰੇ ਗਿਆਨੀ ਹੋਣਾ, ਬ੍ਰਹਮ ਗਿਆਨ ਦੇ ਬਾਰੇ ਜਾਣਨ ਵਾਲੇ ਹੋਣਾ। ਕਹਿ ਰਹੇ ਹੈ ਗੁਰੂ ਨਾਨਕ ਸਾਹਿਬ ਜੀ, ਆਪ ਜੀ ਪੂਰੇ ਪੂਰੇ ਬ੍ਰਹਮ ਗਿਆਨ ਦੇ ਗਿਆਤਾ ਹੋ। ਐਸੇ ਸਤਿਗੁਰਾਂ ਜੀ ਦੇ ਚਰਨ ਕਮਲਾਂ ਉੱਪਰ ਮੇਰੀ ਭਾਈ ਲਹਿਣਾ ਜੀ ਦੀ ਨਮਸਕਾਰ ਹੈ। ਮਹਾ ਮੋਹ ਹੰਤਾ ਘਨ ਆਨੰਦ ਦਾਤਾ, ਮਹਾ ਜੋ ਵੱਡਾ ਮੋਹ ਹੈ, ਜਿਸ ਮੋਹ ਨੇ ਗੰਧਰਵ ਦੈਂਤ ਜੀਵ ਜੰਤੂ ਛੋਟੇ ਨਿੱਕੇ ਵੱਡੇ ਸਭ ਮੋਏ ਹੋਏ ਹੈ, ਉਸ ਮੋਹ ਨੂੰ ਤੁਸੀਂ ਹੰਤਾ ਨਾਸ ਕਰਨ ਵਾਲੇ ਹੋ। ਘਨ ਆਨੰਦ ਬੇਅੰਤ ਆਨੰਦ ਦੇ ਦਾਤੇ ਹੋ, ਗੂੜੇ ਆਨੰਦ ਦੇ ਦਾਤੇ ਹੋ। ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ, ਨਮੋ ਲੋਕ ਲੋਕੇਸ਼ਵਰੰ। ਆਪ ਜੀ ਲੋਕ ਕਰਤਾ, 14 ਲੋਕ ਮੰਨੇ ਹਿੰਦੂ ਮੱਤ 'ਚ ਵੀ, ਇਸੇ ਤਰ੍ਹਾਂ ਮੁਸਲਮਾਨ ਮੱਤ 'ਚ 7 ਆਕਾਸ਼ 7 ਪਤਾਲ, 14 ਲੋਕਾਂ ਦੇ ਤੁਸੀਂ ਕਰਤਾ ਹਰਤਾ ਹੋ, ਅਤੇ 14 ਲੋਕਾਂ ਦੇ ਤੁਸੀਂ ਲੋਕੇਸ਼ਵਰੰ ਈਸ਼ਵਰ ਹੋ, ਮਾਲਕ ਹੋ, ਸਭ ਦੇ ਤੁਸੀਂ ਮਾਲਕ ਹੋ। 14 ਲੋਕਾਂ ਦੇ 14 ਲੋਕਾਂ ਨੂੰ ਤੁਸੀਂ ਕਰਨ ਵਾਲੇ ਬਣਾਉਣ ਵਾਲੇ ਹੋ, 14 ਲੋਕਾਂ ਨੂੰ ਨਾਸ ਕਰਨ ਵਾਲੇ ਹੋ, 14 ਲੋਕਾਂ ਵਿੱਚ ਸਮਾਏ ਹੋਏ ਹੈ। ਤੁਹਾਨੂੰ ਨਮਸਕਾਰ ਹੈ ਸਾਰੇ ਲੋਕਾਂ ਦੇ ਈਸ਼ਵਰ ਮਾਲਕ ਜੀ। ਸਦਾ ਸਰਬ ਥਾਨੰ ਸਦਾ ਸਰਬ ਭਰਤਾ, ਹਮੇਸ਼ਾ ਸਦਾ ਹੀ ਸਾਰੇ ਥਾਵਾਂ ਵਿੱਚ ਪਰਿਪੂਰਨ ਹੋ, ਅਤੇ ਸਾਰੇ ਥਾਵਾਂ 'ਤੇ ਰਹਿਣ ਵਾਲੇ ਜੀਵਨ ਨੂੰ ਭਰਤਾ ਕੇ ਤੁਸੀਂ ਪਾਲਣ ਵਾਲੇ ਹੋ। ਇੱਕ ਥਾਂ ਨਹੀਂ ਪਾਲਣ ਵਾਲੇ, ਜਿੰਨੇ ਥਾਂ ਹੈ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਾਰੇ ਬ੍ਰਹਿਮੰਡਾਂ ਦੇ ਤੁਸੀਂ ਮਾਲਕ ਹੋ, ਅਤੇ ਸਾਰਿਆਂ ਥਾਵਾਂ ਵਿੱਚ ਹੀ ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲੇ ਹੋ ਸਦਾ। ਪਰਲੈ ਕਾਲਕਾਰੀ ਨਮੋ ਸਰਬ ਥਾਨੰ, 5 ਪ੍ਰਕਾਰ ਦੀ ਜਿਹੜੀ ਪਰਲੇ ਹੈ, ਪਰਲੇ ਕਾਲ ਦਾ ਸਮਾਂ ਵੀ ਤੁਸੀਂ ਕਰਨ ਵਾਲੇ ਹੋ। ਨਮੋ ਸਰਬ ਥਾਨੰ, ਸਾਰੇ ਥਾਵਾਂ ਵਿੱਚ ਹੀ, ਇੱਕ ਥਾਂ ਨਹੀਂ ਵੀ ਜਾਂ ਇੱਥੇ ਇੰਡੀਆ 'ਚ ਹਿੰਦੁਸਤਾਨ 'ਚ ਹੋ ਸਕਦੀ ਹੈ ਪਰਮੇਸ਼ਰ ਵੱਲੋਂ, ਪਰਲੇ ਬਾਹਰ ਅਮਰੀਕਾ 'ਚ ਨਹੀਂ ਹੋ ਸਕਦੀ, ਜਾਂ ਇਕੱਲੀ ਵੀ ਇਹ ਧਰਤੀ ਤੋਂ ਹੋ ਸਕਦੀ ਹੈ, ਆਕਾਸ਼ 'ਤੇ ਨਹੀਂ ਹੋ ਸਕਦੀ। ਬ੍ਰਹਿਮੰਡਾਂ 'ਚ ਹੀ ਤੁਸੀਂ ਪਰਲੇ ਕਾਲ ਕਰਨ ਵਾਲੇ ਹੋ, ਅਤੇ ਸਾਰੇ ਥਾਵਾਂ ਵਿੱਚ ਹੀ ਫਿਰ ਅਰਬਦ ਨਰਬਦ ਧੁੰਦੂ ਕਾਰਾ ਕਰ ਦੇਣ ਵਾਲੇ ਹੋ। ਤੁਹਾਨੂੰ ਨਮਸਕਾਰ ਹੈ ਮਹਾਰਾਜ। ਮੁਕੰਦੰ ਪਖੰਡੰ ਨਿਕੰਦੰ ਪਰਮਾਥੰ, ਮੁਕੰਦੰ ਮੁਕਤੀ ਦਾਤੇ ਹੋ, ਮੁਕੰਦ ਮੁਕੰਦ ਜਪੋ ਸੰਸਾਰ, ਪਖੰਡੰ ਨਿਕੰਦੰ ਨੇ ਕਹੀਏ ਨਿਸ਼ਚੇ ਕਰਕੇ ਚੰਗੀ ਤਰ੍ਹਾਂ ਪਖੰਡ ਨੂੰ ਤੁਸੀਂ ਕੱਟ ਦੇਣ ਵਾਲੇ ਹੋ, ਪਖੰਡਾਂ ਨੂੰ ਨਾਸ ਕਰਨ ਵਾਲੇ ਹੋ, ਅਤੇ ਨਾਸ ਕਰਕੇ ਪਰਮਾਰਥੰ ਕਹੀਏ ਵਿਸ਼ੇਸ਼ ਕਰਕੇ ਮੱਥ ਕੇ ਸੁੱਟਣ ਵਾਲੇ, ਮੱਥ ਕੇ ਸੁੱਟ ਦੇਣ ਵਾਲੇ ਹੋ। ਜਿਵੇਂ ਕੱਟ ਦਈਏ ਉਹ ਫੇਰ ਕਿਤੇ ਹੋਂਦ 'ਚ ਆ ਸਕਦਾ ਹੈ, ਜਿਵੇਂ ਕੋਈ ਬਰੇਸ਼ ਨੂੰ ਕੱਟ ਦੇ ਉਹ ਹੋਂਦ 'ਚ ਫੇਰ ਆ ਜਾਂਦਾ। ਜਿਹੜਾ ਉਹਨੂੰ ਦਲ ਮਲ ਕੇ ਸੁੱਟ ਦੇਣਾ, ਚਕਨਾ ਚੂਰ ਕਰ ਦੇਣਾ, ਉਹ ਹੋਂਦ 'ਚ ਨਹੀਂ ਆ ਸਕਦਾ। ਐਵੇਂ ਪਖੰਡ ਨੂੰ ਚੰਗੀ ਤਰ੍ਹਾਂ ਕੱਟ ਕੇ ਅਤੇ ਮੱਥ ਕੇ ਸੁੱਟ ਦੇਣ ਵਾਲੇ ਹੋ, ਜਾਂ ਪਰਮਾਰਥੰ ਕਹੀਏ ਮਾਇਆ ਦੇ ਸੁਭਾਅ ਨੂੰ ਮਥਨ ਕਰ ਦੇਣ ਵਾਲੇ ਹੋ, ਦਲ ਮਲ ਕੇ ਸੁੱਟ ਦੇਣ ਵਾਲੇ ਹੋ ਜੀ। ਧਰਿਓ ਦੇਹ ਹੇਤੰ ਦੁਖੀ ਦੇਖ ਜਨਤੰ, ਜਨਤਾ ਨੂੰ ਦੁਖੀ ਦੇਖ ਕੇ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਧਾਰਿਆ ਹੈ ਪਰਮੇਸ਼ਰ। ਕਿਰਪਾਲੰ ਵਿਸਾਲੰ ਅਕਾਲੰ ਅਨੰਤੰ, ਕਿਰਪਾਲੂ ਬਹੁਤ, ਵਿਸਾਲੰ ਕਹੀਏ ਬਹੁਤੇ, ਬਹੁਤ ਦਿਆਲੂ ਕਿਰਪਾਲੂ, ਅਕਾਲੰ
ਸਮੇਂ ਤੋਂ ਰਹਿਤ ਹੋ, ਮੌਤ ਤੋਂ ਰਹਿਤ ਹੋ, ਕਾਲ ਤੋਂ ਰਹਿਤ ਹੋ, ਅਕਾਲ ਮੂਰਤ ਹੋ। ਅਨੰਤੰ ਅਨੰਤੰ, ਤੁਹਾਡਾ ਅੰਤ ਨਹੀਂ ਹੈ, ਭਾਵ ਤੁਸੀਂ ਬੇਅੰਤ ਬੇਅੰਤ ਹੋ ਜੀ। ਕਈ ਕੋਟ ਤਾਰੇ ਅਗੰ ਓਗਕਾਰੀ। ਸਾਰੇ ਜਿਹੜੇ ਪਾਪਾਂ ਨੂੰ ਕਰਨ ਵਾਲੇ ਜੀਵ ਸਨ, ਕਈ ਕਰੋੜ, ਉਹ ਆਪ ਜੀ ਨੇ ਕਈ ਕਰੋੜ ਸਾਰੇ ਪਾਪਾਂ ਨੂੰ ਕਰਨ ਵਾਲੇ ਤਾਰੇ ਹੈ। ਆਪ ਜੀ ਨੇ ਬੇਅੰਤ ਬੇਅੰਤ ਤਾਰੇ ਹੈ। ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਇਵੇਂ ਸਤਨਾਮ ਦਾ ਚੱਕਰ ਫਰਾ ਕੇ ਫੇਰ ਕੇ ਸਮੂਹ ਸਾਰਿਆਂ ਪਾਪਾਂ ਨੂੰ ਕਰਨ ਵਾਲੇ ਵੱਡੇ ਵੱਡੇ ਪਾਪੀ ਕਈ ਕਰੋੜ ਹੀ ਆਪ ਜੀ ਨੇ ਤਾਰੇ ਹੈ ਗੁਰੂ ਨਾਨਕ ਸਾਹਿਬ ਜੀ। ਮਹਾ ਦੁਖ ਦਾਹੇ ਦਤਾਰੰ ਉਦਾਰੀ। ਮਹਾ ਦੁੱਖਾਂ ਨੂੰ ਸਾੜਨ ਵਾਲੇ ਹੋ, ਦੁੱਖ ਗੁਨਾਹਾਂ ਔਗਣਾਂ ਨੂੰ ਸਾੜ ਦਗਦ ਕਰਨ ਵਾਲੇ ਹੋ। ਦਤਾਰੰਗ ਉਦਾਰੇ, ਬੜੇ ਸਖੀ ਦਾਤੇ ਹੋ। ਦਾਤਿਆਂ ਦੇ ਉਦਾਰੇ ਕਈ ਵੱਡੇ ਦਾਤੇ ਹੋ। ਬ੍ਰਹਮ ਗਿਆਨ ਦੇਣ ਵਿੱਚ ਵੱਡੇ ਦਾਤੇ ਹੋ, ਹੋਰ ਸੰਸਾਰ ਦੇ ਪਦਾਰਥ ਦੇਣ ਵਿੱਚ ਦਾਤੇ ਹੋ। ਬ੍ਰਹਮੰ ਪਰਮ ਈਸੰ ਬ੍ਰਹਮੰ ਪਰਮ ਬੇਤਾ। ਪਰਮ ਬ੍ਰਹਮ ਕਹੀਏ ਵੱਡਿਆਂ ਦੇ ਵੱਡੇ ਈਸ਼ਰ ਹੋ। ਬ੍ਰਹਮਾ, ਸ਼ਿਵ ਜੀ, ਗਣੇਸ਼, ਦੇਵੀ, ਇਸ ਤਰ੍ਹਾਂ ਪੰਜ ਈਸ਼ਰ ਮੰਨਿਆ ਮੁੱਖ। ਇਹ ਪੰਜ ਜਿਹੜੇ ਈਸ਼ਰ ਹੈ ਵੱਡੇ ਮੰਨੇ, ਇਹਨਾਂ ਦੇ ਵੀ ਤੁਸੀਂ ਵੱਡੇ ਈਸ਼ਰ ਹੋ। ਅਤੇ ਬ੍ਰਹਮੰ ਪਰਮ ਬੇਤਾ, ਇਹ ਪਰਮ ਈਸ਼ਰ ਜਿਹੜੇ ਈਸ਼ਰਾਂ ਨੂੰ ਤੁਸੀਂ ਇਹਨਾਂ ਤੋਂ ਵੱਡੇ ਵੀ ਹੋ। ਇਹਨਾਂ ਨੂੰ ਪ੍ਰਕਾਸ਼ ਦੇਣ ਵਾਲੇ, ਪੈਦਾ ਕਰਨ ਵਾਲੇ ਵੀ ਹੋ, ਪਾਲਣ ਵਾਲੇ ਵੀ, ਸੰਘਾਰ ਕਰਨ ਵਾਲੇ ਵੀ ਹੋ। ਵੱਡਿਆਂ ਦੇ ਵੱਡੇ ਤੁਸੀਂ ਯਥਾਰਥ ਬੇਤਾ ਹੋ, ਬ੍ਰਹਮ ਬੇਤਾ ਹੋ, ਤਤ ਬੇਤਾ ਹੋ ਜੀ। ਬ੍ਰਹਮੰ ਪਰਮ ਆਸਰੋ ਬ੍ਰਹਮੰ ਪਰਮ ਜੇਤਾ। ਵੱਡਿਆਂ ਤੋਂ ਵੱਡੇ ਸਭ ਦੇ ਤੁਸੀਂ ਆਸਰੇ ਹੋ, ਅਤੇ ਵੱਡਿਆਂ ਤੋਂ ਵੱਡੇ ਤੁਸੀਂ ਚੇਤਾ ਕਹੀਏ ਜੇਤੂ ਹੋ। ਸਭ ਨੂੰ ਜਿੱਤ ਲੈਣ ਵਾਲੇ ਹੋ, ਆਪ ਅਜਿੱਤ ਹੋ। ਪਰਮਾਨੰਦ ਮਾਧੋ ਬ੍ਰਹਮੰ ਪ੍ਰੇਮ ਪਾਸੰ। ਵੱਡੇ ਮਹਾਨ ਬਹੁਤ ਆਨੰਦ ਸਰੂਪ ਹੋ। ਮਾਧੋ ਕਹੀਏ ਮਾਇਆ ਦੇ ਪਤੀ ਹੋ। ਬ੍ਰਹਮੰ ਪ੍ਰੇਮ ਪਾਸੰ, ਪ੍ਰੇਮੀਆਂ ਦੇ ਪਾਸ ਬਹੁਤ ਰਹਿਣ ਵਾਲੇ ਹੋ। ਬਹੁਤ ਜਿਹੜੇ ਤੁਹਾਡੇ ਵੱਡੇ ਪ੍ਰੇਮੀ ਹੈ ਉਹਨਾਂ ਦੇ ਪਾਸ ਹੀ ਰਹਿਣ ਵਾਲੇ ਹੋ, ਜਾਂ ਪ੍ਰੇਮੀਆਂ ਦੇ ਪਾਸ ਰਹਿ ਕੇ ਬਹੁਤ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਹੋ। ਪ੍ਰਭੂ ਪਰਮ ਪੂਰੰ ਬ੍ਰਹਮੰ ਪਿਆਰ ਦਾਸੰ। ਬਹੁਤ ਪ੍ਰੇਮੀਆਂ ਦੇ ਪਾਸ ਰਹਿਣ ਵਾਲੇ ਹੋ। ਪ੍ਰਭੂ ਪਰਮ ਪੂਰਨ, ਬਹੁਤ ਪਰਿਪੂਰਨ ਪ੍ਰਭੂ, ਬਹੁਤ ਪਰਿਪੂਰਨ ਵੱਡੇ ਮਾਲਕ ਹੋ। ਜਾਂ ਪ੍ਰਭੂ ਹੋ ਪਰਮ ਪੂਰਨ, ਬਹੁਤ ਵੱਡੇ ਪ੍ਰਭੂ ਮਾਲਕ ਹੋ, ਅਤੇ ਸਭ ਥਾਂ ਪਰਿਪੂਰਨ ਹੋ। ਬ੍ਰਹਮੰ ਪਿਆਰ ਦਾਸਨ, ਆਪਣੇ ਦਾਸਾਂ ਨੂੰ ਬਹੁਤ ਪਿਆਰ ਕਰਨ ਵਾਲੇ ਹੋ। ਅਪਰੋਖੰ ਸੋ ਪਰੋਖੰ ਅਪਰੋਖੰ ਸੋ ਪਰੋਖੰ ਬ੍ਰਹਮੰ ਰੂਪ ਤੇਰੋ। ਆਪ ਜੀ ਦਾ ਜੋ ਸਰੂਪ ਬਹੁਤ ਮਹਾਨ ਹੈ। ਗਿਆਨੀਆਂ ਦੇ ਹਿਰਦੇ ਵਿੱਚ ਅਪਰੋਖ ਕਹੀਏ ਪ੍ਰਗਟ ਹੋਏ ਹੋ, ਅਤੇ ਪਰੋਖੰ ਅਗਿਆਨੀਆਂ ਦੇ ਹਿਰਦੇ ਵਿੱਚ ਗੁਪਤ ਰੂਪ ਹੋ। ਬ੍ਰਹਮੰ ਰੂਪ ਤੇਰੋ, ਜੋ ਆਪ ਜੀ ਦਾ ਸਰੂਪ ਹੈ। ਗਿਆਨੀਆਂ ਨੂੰ ਅਪਰੋਖ ਕਹੀਏ ਪ੍ਰਤੱਖ ਪ੍ਰਗਟ ਹੈ। ਅਗਿਆਨੀ ਨੂੰ ਪਰੋਖ ਕਹੀਏ ਓਲੇ ਹੈ, ਗੁਪਤ ਹੈ, ਛੁਪੇ ਹੋਏ ਉਹਨਾਂ ਦੇ ਅੱਗੇ। ਤੁਹੀ ਏਕ ਨਿਅੰਤਾ ਸਦਾ ਮਾਇਆ ਕੇਰੋ। ਸਦਾ ਮਾਇ ਕੀਰੋ, ਤੁਸੀਂ ਇੱਕੋ ਹੀ ਇੱਕ ਹੋ, ਜੋ ਹਮੇਸ਼ਾ ਮਾਇਆ ਦੇ ਪ੍ਰੇਰਕ ਹੋ। ਜਿੱਧਰ ਚਾਹੁੰਦੇ ਹੋ ਉੱਧਰ ਹੀ ਮਾਇਆ ਕੋ ਕਿਰਿਆ ਕਰਾ ਲੈਂਦੇ ਹੋ, ਲਾ ਲੈਂਦੇ ਹੋ। ਸਮਾਨੰ ਨਾ ਆਨੰ ਬਖਾਨੰ ਕੇ ਕੀਜੈ। ਆਪ ਜੀ ਦੇ ਸਮਾਨ ਬਰਾਬਰ ਤੇ ਹੋਰ ਕੋਈ ਹੈ ਹੀ ਨਹੀਂ ਹੈ। ਬਖਾਨੰ ਕੇ ਕੀਜੈ, ਫਿਰ ਕੀ ਵਰਣਨ ਕਰੀਏ। ਤੁਧ ਬਿਨ ਦੂਜਾ ਨਾਹੀ ਕੋਇ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਤੁਹਾਡੇ ਸਮਾਨ ਹੋਰ ਕੋਈ ਹੋਇਓ ਹੈ ਹੀ ਨਹੀਂ। ਕੀ ਕਥਨ ਕਰੀਏ, ਕਿਹਨੂੰ ਰਲਾਈਏ ਵੀ ਫਲਾਣਾ ਤੁਹਾਡੇ ਬਰਾਬਰ ਹੈ। ਆਦੇ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ।
ਏਵਡ ਉੱਚਾ ਹੋਵੇ ਕੋਈ ਤਿਸ ਉੱਚਾ ਕੋ ਜਾਣੇ ਸੋਏ। ਤੁਹਾਡੇ ਬਰਾਬਰ ਦਾ ਕੋਈ ਹੋਵੇ ਤੇ ਤੁਹਾਨੂੰ ਜਾਣੇ ਤੇ ਉਹਨੂੰ ਕਹਿ ਦਈਏ ਵੀ ਉਹ ਤੁਹਾਡੇ ਬਰਾਬਰ ਦਾ ਹੈ। ਆਪ ਜੀ ਦੇ ਬਰਾਬਰ ਦਾ ਹੋਰ ਕੋਈ ਹੈ ਨਹੀਂ ਹੈ। ਕਿਸ ਦਾ ਕਥਨ ਕਰਕੇ ਕਹੀਏ ਵੀ ਫਲਾਣਾ ਤੁਹਾਡੇ ਬਰਾਬਰ ਹੈ। ਨਿਧਾਨੰ ਮਹਾਨੰ ਸੋ ਜਾਨੰ ਪਨੀਜੈ। ਮਹਾਨ ਖਜ਼ਾਨਿਓ ਵੱਡੇ ਸੋ ਜਾਨੰ ਸਭ ਦੇ ਅੰਦਰ ਦੀਆਂ ਜਾਣਨ ਵਾਲੇ ਹੋ। ਸੁਗੜ ਸਜਾਨ ਅੰਤਰ ਜਾਮੀ ਹੋ ਕਹੇ ਜਾਂਦੇ। ਪੁਰਾਨੰ ਸਭਾਨੰ ਪਰਮੰ ਪਵਿੱਤਰੰ। ਪੁਰਾਣ ਸੁਭਾਨੰ ਪੰਨ ਪੁਰਾਣ ਆਦਿ ਸਰੂਪ ਆਦਿ ਹੋ। ਸਭ ਦੇ ਪੁਰਾਣ ਕਹੀਏ ਪੁਰਾਤਨ ਹੋ, ਪੁਰਾਤਨ ਸਰੂਪ ਹੋ, ਸਭ ਤੋਂ ਪੁਰਾਣੇ ਹੋ। ਤੇ ਸੁਭਾਨੰ ਸੁੱਤੇ ਸਿੱਧ ਪ੍ਰਕਾਸ਼ ਆਪਣੇ ਆਪ ਤੋਂ ਸਹਿਪੰ ਸਵੰਭੂ ਹੋ। ਜਾਂ ਪੁਰਾਣ ਆਦਿ ਤੋਂ ਹੀ ਸਭ ਨੂੰ ਪ੍ਰਕਾਸ਼ ਕਰਨ ਵਾਲਿਓ। ਪ੍ਰੇਮ ਸਰੂਪ ਹੋ, ਪਵਿੱਤਰ ਸਰੂਪ ਹੋ, ਮਹਾਨ। ਨਿਰਾਲੰਬ ਨਾਥੰ ਨਿਰਾਲੰਬ ਚਿੱਤਰੰ। ਨਿਰਾਲੰਬ ਜਿਹੜੇ ਬੇਆਸਰੇ ਹੈ। ਨਿਰਾਲੰਬ ਜਿਹੜੇ ਆਸਰੇ ਤੋਂ ਬਿਨਾਂ ਹੈ। ਉਹਨਾਂ ਆਸਰਿਆਂ ਤੋਂ ਨਿਆਸਰਿਆਂ ਦੇ ਭਾਵ ਤੁਸੀਂ ਨਾਥੰਗ ਮਾਲਕ ਹੋ। ਨਿਰਾਲੰਬ ਚਿੱਤਰੰ ਜੋ ਚਿੱਤਰ ਹੈ ਤੁਹਾਡਾ, ਜੋ ਸਰੂਪ ਹੈ ਤੁਹਾਡਾ ਉਹ ਬੇਆਸਰਾ ਹੈ। ਆਪ ਬੇਆਸਰਿਆਂ ਦੇ ਆਸਰੇ ਹੋ ਪਰ ਤੁਹਾਡਾ ਸਰੂਪ ਬੇਆਸਰਾ ਹੈ। ਤੁਹਾਡੇ ਬਰਾਬਰ ਦਾ ਕੋਈ ਹੈ ਨਹੀਂ। ਨਾ ਸੱਤਰ ਹੈ, ਨਾ ਮਿੱਤਰ ਹੈ, ਨਾ ਤਤ ਹੈ, ਨਾ ਮੱਤ ਹੈ। ਜਦੋਂ ਮਾਂ ਪਿਓ ਨਹੀਂ ਹੈ ਫਿਰ ਤੁਹਾਡੇ ਸਰੂਪ ਦਾ ਆਸਰਾ ਕੌਣ ਹੈ? ਤੁਹਾਡੇ ਸਰੂਪ ਦਾ ਕੋਈ ਆਸਰਾ ਨਹੀਂ ਹੈ। ਆਪ ਜੀ ਦਾ ਸਰੂਪ ਬੇਆਸਰਾ ਹੈ। ਨਿਰਾਕਾਰ ਸਾਕਾਰ ਏਕੋ ਤੁਹੀ ਹੈ। ਨਿਰਾ ਆਕਾਰ ਆਕਾਰ ਤੋਂ ਰਹਿਤ ਵੀ ਤੁਹਾਡਾ ਸਰੂਪ ਇੱਕੋ ਹੀ। ਨਿਰਾਕਾਰ ਆਕਾਰ ਤੋਂ ਰਹਿਤ ਵੀ ਤੁਸੀਂ ਹੀ ਹੋ। ਸਾਕਾਰ ਆਕਾਰ ਦੇ ਸਹਿਤ ਵੀ ਤੁਸੀਂ ਹੋ। ਭਾਵ ਨਿਰਾਕਾਰ ਕਹੀਏ ਨਿਰਗੁਣ ਸਰੂਪ ਵੀ ਤੁਸੀਂ ਹੋ। ਸਾਕਾਰ ਸਰਗੁਣ ਤੁਸੀਂ ਰੂਪ ਵੀ ਤੁਸੀਂ ਹੋ। ਨਿਰਗੁਣ ਆਪ ਸਰਗੁਣ ਵੀ ਉਹੀ। ਕਲਾ ਧਾਰ ਜਿਨ ਸਗਲੀ ਮੋਹੀ। ਅਜਾ ਤੇ ਪਰੇ ਰੂਪ ਤੇਰੋ ਸਹੀ ਹੈ। ਸਹੀ ਕਹੀਏ ਨਿਸ਼ਚੈ ਕਰਕੇ ਜੋ ਆਪ ਜੀ ਦਾ ਸਰੂਪ ਹੈ ਮਹਾਨ। ਅਜਾ ਕਹੀਏ ਮਾਇਆ ਤੋਂ ਪਰੇ ਨਿਰੰਜਨ ਹੈ, ਸ਼ੁੱਧ ਸਰੂਪ ਹੈ। ਅਲਖੰ ਅਪਖੰ ਅਕਥੰ ਅਲੇਖੰ। ਅਲਖੰ ਲਖਣੇ ਤੋਂ ਰਹਿਤ ਹੋ, ਜਾਣਨ ਤੋਂ ਰਹਿਤ ਹੋ। ਅਪਖੰ ਭਖਣੇ ਤੋਂ ਰਹਿਤ ਹੈ। ਅਜੇ ਭਖ ਲਈਦਾ ਕਿਸੇ ਨੂੰ ਖਾ ਲਈਦਾ। ਆਪ ਅਭਖ ਹੋ, ਭਖਣੇ ਤੋਂ ਰਹਿਤ ਹੈ। ਜਿਵੇਂ ਅਲਖ ਹੈ, ਅਭਖ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੈ ਲਖਣੇ ਤੋਂ ਰਹਿਤ ਹੋ, ਭਖਣੇ ਤੋਂ ਰਹਿਤ ਹੋ। ਅਕਥੰ ਕਥਨ ਤੋਂ ਰਹਿਤ ਹੋ, ਕਥਨਾ ਕਥੀ ਨਾ ਆਵੈ ਟੋਟ। ਆਪ ਅਕਥ ਹੋ, ਕਥਨੇ ਤੋਂ ਵੀ ਰਹਿਤ ਹੋ, ਕਥਨ ਨਹੀਂ ਕੀਤੇ ਜਾ ਸਕਦੇ। ਸਾਰੀ ਸ੍ਰਿਸ਼ਟੀ ਲੇਖੇ ਵਿੱਚ ਹੈ, ਹਿਸਾਬ ਕਿਤਾਬ ਵਿੱਚ ਹੈ। ਆਪ ਅਲੇਖੰਗ ਹੋ, ਹਿਸਾਬ ਕਿਤਾਬ ਵਿੱਚ ਨਹੀਂ ਹੈ। ਅਲੇਖ ਹੈ, ਅਭੇਖੀ ਹੈ। ਅਮੋਹੰ ਅਦਰੋਹੰ ਅਜੋਹੰ ਅਪੇਖੰ। ਮੋਹ ਦੇ ਵਿੱਚ ਸਾਰੀ ਸ੍ਰਿਸ਼ਟੀ ਹੈ ਪਰ ਆਪ ਮੋਹ ਤੋਂ ਰਹਿਤ ਹੋ, ਸਗੋਂ ਮੋਹਨ ਹੋ। ਮੋਹ ਨਾ ਤੁਹਾਡੇ 'ਚ ਕੋਈ ਮੋਹ ਨਹੀਂ ਹੈ। ਤੇ ਮੋਹਨ ਸਭ ਨੂੰ ਮੋਹਣ ਵਾਲੇ ਹੋ, ਸਭ ਦੇ ਮਨਾਂ ਨੂੰ ਮੋਹ ਲੈਣ ਵਾਲੇ ਹੋ। ਆਪ ਮੋਹ ਤੋਂ ਰਹਿਤ ਹੋ। ਅਦਰੋਹੰ ਛਲ ਫਰੇਬ ਤੋਂ ਰਹਿਤ ਹੋ। ਅਜੋਹੰ ਤੱਕਣੇ ਤੋਂ ਰਹਿਤ ਹੋ। ਤੁਹਾਡਾ ਨਿਰਗੁਣ ਸਰੂਪ ਤੱਕਿਆ ਨਹੀਂ ਜਾ ਸਕਦਾ ਇੰਦਰੀਆਂ ਕਰਕੇ। ਅਭੇਖੰ ਭੇਖਾਂ ਤੋਂ ਰਹਿਤ ਹੋ, ਕੋਈ ਤੁਹਾਡਾ ਲਿਬਾਸ ਨਹੀਂ ਹੈ। ਨਾ ਮਿੱਤਯੰ ਅਕਿਤਯੰ ਸੋ ਨਿਤਯੰ ਅਜਿਤਯੰ। ਗਿਣਤੀਆਂ ਮਿਣਤੀਆਂ ਤੋਂ ਰਹਿਤ ਹੋ, ਗਤ ਮਿੱਤ ਤੋਂ ਰਹਿਤ ਹੋ। ਗਿਣਤੀ ਮਿਣਤੀ ਨਹੀਂ ਹੈ ਤੁਹਾਡੀ ਕੋਈ। ਅਕਿਤਯੰ ਫਿਰ ਅਕ੍ਰੈ ਹੋ, ਕਿਰਿਆ ਤੋਂ ਰਹਿਤ ਹੋ। ਜਿਵੇਂ ਸਰੀਰ ਦੀਆਂ ਕਈ ਕਿਰਿਆ, ਹੱਥਾਂ ਨਾਲ ਕੋਈ ਕਿਰਿਆ, ਪੈਰਾਂ ਦੀ ਕੋਈ ਕਿਰਿਆ, ਪ੍ਰਾਣਾਂ ਦੀ ਵੱਖਰੀ, ਮਨ ਦੀ ਬਿਰਤੀ ਦੀ ਵੱਖਰੀ, ਅੱਖਾਂ ਦੀ ਵੱਖਰੀ। ਆਪ ਜੀ ਅਕਿਤਯੰ ਕਿਰਿਆ ਤੋਂ ਰਹਿਤ ਹੋ। ਅਕਿਰਿਆ ਨਾਮ ਹੈ ਆਪ ਜੀ ਦਾ, ਕੋਈ ਕਿਰਿਆ ਵਿੱਚ ਨਹੀਂ ਹੋ। ਤੇ ਸੋ ਨਿਤਯੰ ਹਮੇਸ਼ਾ ਨਿਤ ਸਰੂਪ ਹੋ। ਅਜਿਤਯੰ ਜਿੱਤਣ ਤੋਂ ਰਹਿਤ ਹੋ, ਸਭ ਨੂੰ ਜਿੱਤ ਲੈਣ ਵਾਲੇ ਹੋ। ਅਮਾਯੰ ਸੋ ਦਾਸੰ ਸਹਾਯੰ ਤਾ ਚਿਤਯੰ। ਮਾਇਆ ਤੋਂ ਰਹਿਤ ਸਰੂਪ ਹੈ ਤੁਹਾਡਾ, ਦਾਸਾਂ ਦੀ ਸਹਾਇਤਾ ਕਰਨ ਵਾਲੇ ਹੋ। ਤੇ ਚਿਤਯੰ ਕਹੀਏ ਚਿੱਤ ਤੋਂ। ਚਿੱਤ ਤੋਂ
ਦਾਸਾਂ ਦੀ ਸਹਾਇਤਾ ਕਰਨ ਵਾਲਿਓ, ਮਾਇਆ ਤੋਂ ਰਹਿਤ ਕਰਨ ਵਾਲੇ ਆਪਣੇ ਦਾਸਾਂ ਨੂੰ। ਇਸੇ ਤਰ੍ਹਾਂ ਮਾਇਆ ਤੋਂ ਰਹਿਤ ਕਰਨ ਵਾਲਿਓ ਦਾਸਾਂ ਨੂੰ ਹਮੇਸ਼ਾ ਸਹਾਇਤਾ ਕਰਨ ਵਾਲਿਓ, ਚਿੱਤ ਤੋਂ, ਦਿਲੋਂ, ਅੰਦਰੋਂ ਸਹਾਇਤਾ ਕਰਨ ਵਾਲੇ ਆਪਣੇ ਦਾਸਾਂ ਦੀ। ਜਾਂ ਵੀ ਚਿੱਤਿਅੰਗ ਦਾਸਾਂ ਦੀ ਸਹਾਇਤਾ ਕਰਨ ਵਾਲਿਓ, ਮਾਇਆ ਤੋਂ ਰਹਿਤ ਕਰਨ ਵਾਲਿਓ ਤਾਂ ਚਿੱਤਿਅੰਗ। ਇਸ ਕਰਕੇ ਚਿੱਤਿਅੰਗ ਕਹੀਏ, ਚਿਤਾਰਨੇ ਯੋਗ ਹੋ, ਜਪਣੇ ਯੋਗ ਹੋ, ਯਾਦ ਕਰਨੇ ਯੋਗ ਹੋ। ਮਨੰ ਕਾਨਨੰ ਕਾਮ ਕ੍ਰੋਧਾਦ ਗੈਸੇ। ਜੋ ਮਨ ਰੂਪੀ ਜੰਗਲ ਹੈ, ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਹਾਥੀ ਰਹਿੰਦੇ ਹਨ। ਤੁਮਾਰੇ ਸੋ ਬੈਨੰ ਅਹ ਸਿੰਘ ਜੈਸੇ। ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਬਚਨ ਜਿਸ ਤਰ੍ਹਾਂ ਸ਼ੇਰ ਹੁੰਦਾ ਹੈ, ਸ਼ੇਰ ਭਬਕ ਮਾਰਦਾ ਤੇ ਹਾਥੀ, ਹਿਰਨ ਸਭ ਨੱਠ ਭੱਜ ਜਾਂਦੇ ਹੈ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਨ ਰੂਪੀ ਜੰਗਲ ਵਿੱਚ ਬੈਠੇ ਹੋਏ ਹੈ। ਤੁਹਾਡੇ ਬਚਨ ਸ਼ੇਰ ਦੀ ਨਿਆਈ ਹੈ। ਜਦੋਂ ਤੁਹਾਡੇ ਬਚਨ ਸ਼ੇਰ ਦੀ ਨਿਆਈ ਭਬਕ ਮਾਰਦੇ ਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਸਭ ਨੱਠ ਭੱਜ ਜਾਂਦੇ ਐ। ਅੰਧੇਰੇ ਮਹਾ ਮੋਹ ਕੋ ਮਾਰ ਤੰਡੰ। ਜਿਹੜਾ ਹੈ ਮੋਹ ਰੂਪੀ ਹਨੇਰਾ, ਗਿਆਨ ਰੂਪੀ ਹਨੇਰਾ, ਉਹਨੂੰ ਆਪ ਜੀ ਸੂਝਵੱਤ ਹੋ। ਨਿਰਿਹੰ ਨਿਰਬਾਨੰ ਨਿਰਿਹੰ ਨਿਰਬਾਨੰ ਸਦਾ ਜੈ ਅਖੰਡੰ। ਨਿਰੀਹੰ ਨਿਰਇਛਤ ਹੋ, ਇੱਛਾ ਤੋਂ ਰਹਿਤ ਹੋ, ਸਦਾ ਜੈ, ਸਦਾ ਤੁਹਾਡੀ ਜੈ ਹੋਵੇ। ਅਖੰਡੰ ਟੋਟੇ ਨਹੀਂ ਹੁੰਦੇ ਐ ਤੁਸੀਂ ਤੁਹਾਡੇ। ਦੇਸ਼ ਕਾਲ ਵਸਤੂ ਪਰਛੇਦ ਰਹਿਤ, ਕੱਟਣੇ ਤੋਂ ਰਹਿਤ ਹੋ, ਅਖੰਡ ਸਰੂਪ ਹੋ। ਦੁਖੰ ਦੁੰਦ ਸਿੰਧੰ ਅਗਸਤੰ ਅਨੂਪੰ। ਅਖੰਡੰ ਭਾਵ ਸਿੱਧਾ ਕਹਿ ਲੈਣਾ ਵੀ ਇੱਕ ਰਸ ਹੋ ਤੇ ਸਦਾ ਜੈ, ਸਦਾ ਤੁਹਾਡੀ ਜੈ ਹੋਵੇ, ਫਤਿਹ ਹੋਵੇ, ਜਿੱਤ ਹੋਵੇ। ਦੁਖੰ ਦੁੰਦ, ਜਿਹੜੇ ਦੋਵੇਂ ਲੋਕਾਂ ਦੇ ਦੁੱਖ ਹੈ, ਲੋਕ ਪਰਲੋਕ ਦੇ। ਦੁੰਦ ਦਾ ਅਰਥ ਕਰ ਲੈਣਾ ਦੋ। ਜੋ ਦੋਵੇਂ ਲੋਕਾਂ ਦੇ ਦੁੱਖ ਹੈ, ਲੋਕ ਪਰਲੋਕ ਦੇ, ਇਹ ਹੈ ਸਮੁੰਦਰ ਦੀ ਨਿਆਈ। ਤੇ ਸਮੁੰਦਰ ਦੀ ਇਸ ਦੁੱਖਾਂ ਰੂਪੀ ਸਮੁੰਦਰ ਨੂੰ ਪੀਣ ਲਈ ਆਪ ਜੀ ਅਗਸਤ ਮੁਨੀ ਦੀ ਨਿਆਈ ਅਨੂਪਮ ਹੋ। ਅਗਸਤ ਮੁਨੀ ਨੇ 2.5 ਚੂੜੀਆਂ ਜੀ ਸਾਰਾ ਪੀ ਲਿਆ ਸੀ ਨਾ ਸਮੁੰਦਰ। ਫਿਰ ਉਹਨੇ ਲਘੂ ਸ਼ੰਕਾ ਰਾਈ ਸਾਰਾ ਕੱਢਿਆ ਸੀ ਸਮੁੰਦਰ, ਜਿਸ ਕਰਕੇ ਖਾਰਾ ਹੋ ਗਿਆ ਸੀ। ਇਸੇ ਤਰ੍ਹਾਂ ਜਾਂ ਵੀ ਦੁੱਖ ਦੁੰਦੰ, ਦੁੱਖਾਂ ਦੇ ਦੁੰਦ ਕਹੀਏ ਉਪੱਦਰਾਂ ਰੂਪੀ ਸਮੁੰਦਰ ਨੂੰ ਆਪ ਜੀ ਅਗਸਤ ਮੁਨੀ ਦੀ ਨਿਆਈ ਹੋ। ਅਨੂਪਮ ਪੀ ਲੈਣ ਵਾਲੇ ਸਮੁੰਦਰ ਨੂੰ। ਨਮਸਤੰ 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 ਸਰੂਪੰ। ਐਸੇ ਸਰੂਪ ਵਾਲੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਪਰਮੇਸ਼ਰ ਸਰੂਪ ਹੋ। ਤੁਹਾਨੂੰ ਮੇਰੀ ਭਾਈ ਲਹਿਣਾ ਜੀ ਦੀ ਮਨ ਕਰਕੇ ਨਮਸਤਕ ਕਹੀਏ, ਨਮਸਕਾਰ ਹੈ। ਬਾਣੀ ਕਰਕੇ ਨਮਸਕਾਰ ਹੈ, ਸਰੀਰ ਕਰਕੇ ਨਮਸਕਾਰ ਹੈ ਜੀ। ਦੋਹਰਾ ਇਸ ਬਿਧ ਉਸਤਤ ਕਰ ਬਹਰਾ। ਇਸ ਤਰ੍ਹਾਂ ਬਹੁਤ ਸਤਿਗੁਰ ਜੀ ਦੀ ਉਸਤਤ ਕਰਕੇ ਰਹਿਓ ਚਰਨ ਲਪਟਾਏ। ਭਾਈ ਲਹਿਣਾ ਜੀ ਫੇਰ ਗੁਰੂ ਜੀ ਦੇ ਚਰਨਾਂ ਨਾਲ ਹੀ ਲੱਗ ਰਹੇ। ਪਠਾ ਸੁਨੈ ਇਸ ਕੋ ਜੋ ਨਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਭਾਈ ਜਿਹੜਾ ਇਹ ਜੋ ਭੁਜੰਗ ਪਰਿਆ ਦੇ ਵਿੱਚ ਛੰਦ ਵਿੱਚ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ ਹੈ, ਜਿਹੜਾ ਇਸ ਨੂੰ ਬੜੇ ਧਿਆਨ ਨਾਲ ਗੁਰੂ ਕਾ ਸਿੱਖ ਜਨ ਭਗਤ ਜਾਂ ਕੋਈ ਵੀ ਪੜ੍ਹੇਗਾ, ਫਿਰ ਸਰੋਤਾ ਬਣ ਕੇ ਬੜੇ ਪ੍ਰੇਮ ਨਾਲ ਜਿਹੜਾ ਸੁਣੇਗਾ, ਸਰਬ ਫਲੰ ਸੁਖ ਪਾਏ। ਉਹ ਸਾਰੇ ਫਲਾਂ ਦਾ ਸੁੱਤੇ ਸੇਧੀ ਸੁਖ ਪਾ ਲਊਗਾ। ਸੰਗਤ ਵਿੱਚ ਬੈਠ ਕੇ ਜਿਹੜਾ ਇਹਨਾਂ ਬਚਨਾਂ ਨੂੰ ਸੁਣੇਗਾ ਉਹ ਵੀ ਸੁਖ ਪਾਊ ਸਾਰੇ। ਜਿਹੜਾ ਪ੍ਰੇਮ ਨਾਲ ਪੜ੍ਹੇਗਾ ਉਹ ਵੀ ਸੁਖ ਪਾਊਗਾ ਸਾਰੇ। ਚੌਪਈ ਧੰਨ ਗੁਰੂ ਤੁਮਰੀ ਗਤ ਨਿਆਰੀ। ਉਸ ਵੇਲੇ ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜਿਹੜੀ ਗਤ
ਰੀਤੀ ਹੈ ਮਰਿਆਦਾ ਨਿਆਰੀ ਵੱਖਰੀ ਹੈ, ਤੁਹਾਡੇ ਚੋਜ ਬੜੇ ਵੱਖਰੇ ਹੀ ਹੈ। ਅਚਰਜ ਰੂਪ ਸੋ ਦੀਨ ਦਿਖਾਰੀ। ਜੋ ਅਚਰਜ ਸਰੂਪ ਹੈ ਆਤਮਾ ਜਿਹਦਾ ਗਿਆਨ ਨਹੀਂ ਹੁੰਦਾ, ਤੁਸਾਂ ਨੇ ਝਟਪਟ ਹੀ ਉਸ ਰੂਪ ਨੂੰ ਦਿਖਾ ਦਿੱਤਾ ਹੈ। ਭਰਮ ਕਪਾਟ ਸੋ ਕਾਟ ਹਟਾਏ। ਭਰਮ ਦੇ ਜਿਹੜੇ ਤਖਤੇ ਹੈ ਉਹ ਆਪ ਜੀ ਨੇ ਕੱਟ ਵੱਢ ਕੇ ਹਟਾ ਦਿੱਤੇ ਹੈ। ਆਸੇ ਅੰਦੇਸੇ ਦੇ ਤਖਤੇ ਖੋਲ ਦਿੱਤੇ ਹੈ। 5 ਪ੍ਰਕਾਰ ਦਾ ਭਰਮ ਦੂਰ ਕਰ ਦਿੱਤਾ। ਸਤਿਗੁਰ ਭਰਮ ਕੇ ਪਰਦੇ ਖੋਲੇ। ਪਰਮਾਨੰਦ ਮਝਾਰ ਮਿਲਾਏ। ਜੋ ਮਹਾਨ ਆਨੰਦ ਸਰੂਪ ਆਤਮਾ ਉਹਦੇ ਵਿੱਚ ਮਿਲਾਏ ਕਈਏ ਲੀਨ ਕਰ ਦਿੱਤਾ ਹੈ ਆਪ ਜੀ ਨੇ। ਸੁਣਤ ਗਿਆਨ ਘਨ ਪਰਮ ਕਿਰਪਾਲਾ। ਜੋ ਇੱਕ ਰਸ ਬ੍ਰਹਮ ਗਿਆਨ ਵਿੱਚ ਮਹਾਨ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਬਚਨ ਸੁਣਦਿਆਂ ਪਰ ਸੀਧੇ ਤਿਹ ਕਾਲ ਵਿਸਾਲਾ। ਉਸ ਵੇਲੇ ਭਾਈ ਲਹਿਣਾ ਜੀ ਤੇ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਜੀ। ਸਰਬ ਸਿੱਧ ਸਕਤੀ ਹੈ ਜੇਤੀ। ਉਸ ਵੇਲੇ ਮਹਾਰਾਜ ਤਰੁੱਠ ਕੇ ਕਿਹਾ, ਪੁਰਖਾ ਜਿਹੜੀ ਸਾਰੀਆਂ ਸਿੱਧੀਆਂ ਸ਼ਕਤੀਆਂ ਹੈ ਜਿੰਨੀਆਂ ਵੀ ਇਹ ਬ੍ਰਹਿਮੰਡ 'ਚ ਖਰੀ ਅਗਾਰੀ ਕਰ ਦੀਓ ਤੇਤੀ। ਉਹ ਸਾਰੀਆਂ ਦੇ ਸਾਰੀਆਂ ਸ਼ਕਤੀਆਂ ਅੱਜ ਤੁਹਾਡੇ ਸਨਮੁਖ ਖੜੀਆਂ ਕਰ ਦਿੱਤੀਆਂ। ਭਾਵ ਤੁਸੀਂ ਅਨੰਤ ਕਾਲਾ ਵਾਲੇ ਹੋ ਗਏ ਹੋ। ਸੁਨ ਪੁਰਖਾ ਤੁਝ ਭਾ ਅਬ ਗਿਆਨਾ। ਸੁਣ ਪੁਰਖਾ ਹੁਣ ਤੈਨੂੰ ਵੀ ਐਸਾ ਬ੍ਰਹਮ ਗਿਆਨ ਹੋ ਗਿਆ ਹੈ। ਦ્વੈਤ ਭਾਉ ਔਰ ਤੇ ਬਿਸਰਾਨਾ। ਜਿਹੜਾ ਦਵੈਤ ਦੁਤੀਆ ਭਾਵ ਹੈ, ਭਾਵ ਮਾਇਆ ਦਾ ਭਾਵ ਹੈ, ਪ੍ਰੇਮ ਹੈ, ਉਹ ਤੇ ਬਿਲਕੁਲ ਹੀ ਹਿਰਦੇ ਤੇ ਵਿਸਰਾ ਦਿੱਤਾ ਹੈ। ਹੁਣ ਤੇ ਇੱਕ ਭਾਵ ਹੀ ਰਹਿ ਗਿਆ ਪਰਮੇਸ਼ਰ ਦਾ ਹੀ ਪ੍ਰੇਮ। ਸਰਬ ਜੇ ਸ਼ਕਤੀ ਪ੍ਰਾਪਤ ਹੋਈ। ਭਾਵੇਂ ਕਿ ਜਿਹੜੀ ਸਾਰੀ ਸ਼ਕਤੀ ਤੁਹਾਨੂੰ ਪ੍ਰਾਪਤ ਹੋਈ ਹੈ। ਚਾਹੋ ਸੋ ਕਰਹੁ ਬਿਲੰਬ ਨਾ ਕੋਈ। ਜੋ ਤੁਸੀਂ ਹੁਣ ਚਾਹੋ ਕਰਨਾ ਉਹ ਤੁਸੀਂ ਕਰ ਲਓ, ਕੋਈ ਦੇਰੀ ਨਾ ਲਾਓ, ਕੋਈ ਦੇਰੀ ਨਹੀਂ ਹੈ। ਜੋ ਵੀ ਤੁਸੀਂ ਚਾਹੋਗੇ ਉਹ ਕਰਾ ਸਕਦੇ ਹੋ ਤੇ ਕਰ ਲਓ ਭਾਵੇਂ। ਤਦਪ ਸੁਨ ਮੋਰੀ ਮਤ ਜੋ। ਫੇਰ ਵੀ ਮਹਾਰਾਜ ਕਹਿੰਦੇ ਪੁਰਖਾ ਦੇਖ ਸੁਣ, ਜਿਹੜੀ ਸਾਡੀ ਮੱਤ ਹੈ ਨਾ ਗੁਰਮਤ, ਨੀਕੇ ਦ੍ਰਿੜ ਕੀਜਾ ਔਰ ਸੋ। ਉਸ ਨੂੰ ਵੀ ਚੰਗੀ ਤਰ੍ਹਾਂ ਹਿਰਦੇ ਦੇ ਵਿੱਚ ਪੱਕਿਆਂ ਕਰ ਲਈਏ ਵੀ ਗੁਰਮਤ ਨਹੀਂ ਛੱਡਣੀ ਹੈ ਬ੍ਰਹਮ ਗਿਆਨ ਪਾ ਕੇ ਵੀ। ਪ੍ਰਬਲ ਵੱਡੋ ਕਲ ਕਾਲ ਅਗਾਰੀ। ਕਿਉਂਕਿ ਪੁਰਖਾ ਕਲਯੁਗ ਦਾ ਸਮਾਂ ਅੱਗੇ ਬਹੁਤ ਬਲ ਵਾਲਾ ਹੀ ਆ ਰਿਹਾ ਹੈ ਮਾੜਾ। ਉਪਜੈ ਮੰਦ ਮਤੀ ਨਰ ਭਾਰੀ। ਜਿਸ ਕਲਯੁਗ ਦੇ ਸਮੇਂ ਵਿੱਚ ਭੈੜੀ ਮੱਤ ਵਾਲੇ ਭਾਰੀ ਪੁਰਸ਼ ਪੈਦਾ ਹੋਣਗੇ ਅੱਗੇ ਅੱਗੇ। ਅਹੰ ਬ੍ਰਹਮ ਜੋ ਗਿਆਨ ਮੁਕੰਦਾ। ਜੋ ਕਿ ਮੁਕਤੀ ਦੇਣ ਵਾਲਾ ਬ੍ਰਹਮ ਗਿਆਨ ਹੈ। ਅਹੰ ਬ੍ਰਹਮ, ਕਿ ਮੈਂ ਹੀ ਬ੍ਰਹਮ ਹਾਂ, ਇਹ ਜਿਹੜਾ ਕਹਿਣਾ ਕਹਾਉਣਾ ਹੈ। ਜਿਸ ਤੇ ਪ੍ਰਾਪਤ ਨਿਤ ਆਨੰਦਾ। ਇਹ ਅਹੰ ਬ੍ਰਹਮਾਸਮੀ ਵੇਦਾਂ ਦਾ ਮਹਾਵਾਕ ਹੈ ਵੀ ਅਹੰ ਬ੍ਰਹਮਾਸਮੀ, ਮੈਂ ਬ੍ਰਹਮ ਹਾਂ। ਤੇ ਇਹਦੇ ਮੁਕਤੀ ਦੇਣ ਵਾਲਾ ਬ੍ਰਹਮ ਗਿਆਨ ਜੋ ਹੈ ਅਹੰ ਬ੍ਰਹਮਾਸਮੀ ਵੀ ਮੈਂ ਬ੍ਰਹਮ ਹਾਂ, ਜਿਸ ਤੇ ਹਮੇਸ਼ਾ ਆਨੰਦ ਪ੍ਰਾਪਤ ਹੁੰਦਾ ਹੈ ਉਸ ਪੁਰਖ ਨੂੰ। ਸੋ ਤੋ ਨੀਕੇ ਹਿਰਦੇ ਮਾਹੀ। ਐਸਾ ਅਹੰ ਬ੍ਰਹਮਾਸਮੀ ਭਾਵ ਬ੍ਰਹਮ ਗਿਆਨ ਤੇ ਹਿਰਦੇ ਵਿੱਚ ਹੀ ਰੱਖਣਾ ਚੰਗਾ ਇਸ ਸਮੇਂ ਵਿੱਚ। ਮੁਖ ਤੇ ਕਹਿਨ ਭਲੋ ਅਬ ਨਾਹੀ। ਮੁਖ ਤੋਂ ਕਹਿਣਾ ਇਹ ਚੰਗਾ ਨਹੀਂ ਹੈ ਹੁਣ ਇਸ ਸਮੇਂ ਵਿੱਚ ਕਿ ਮੈਂ ਹੀ ਬ੍ਰਹਮ ਹਾਂ, ਰੱਬ ਹਾਂ। ਬੋਲਨ ਭਾਉ ਭਗਤ ਕੀ ਰੀਤੀ। ਇਸ ਸਮੇਂ ਵਿੱਚ ਤੇ ਸਿਰਫ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੀ ਰੀਤੀ ਬੋਲਣ ਦੀ ਉਹੀ ਰੱਖਣੀ ਹੈ। ਭਾਵ ਪ੍ਰੇਮ ਦੀ ਭਗਤੀ ਦੀ ਰੀਤੀ ਰੱਖਣੀ ਹੈ। ਇਹੀ ਕਿਹਨੂੰ ਇਹ ਕਹਿਣਾ ਭਾਈ ਮੈਂ ਤੇ ਦਾਸਾਂ ਦਾ ਦਾਸ ਹਾਂ, ਚਰਨ ਧੂੜੀ ਹਾਂ ਸੰਗਤ ਦੀ। ਸਤ ਸੰਗਤ ਕਰਨੋ ਯਤ ਪ੍ਰੀਤੀ। ਤੇ ਸਤ ਸੰਗਤ ਕਰਨੀ ਹੈ ਬਹੁਤ ਪ੍ਰੀਤੀ ਦੇ ਸਹਿਤ ਪ੍ਰੇਮ ਨਾਲ। ਆਪਨ ਆਪ ਕੋ ਕਬ ਨਾ ਜਨਾਵਨਾ। ਆਪਣੇ ਆਪ ਨੂੰ ਕਦੀ ਨਹੀਂ ਜਨਾਉਣਾ ਕਿ ਮੈਂ ਬਹੁਤ ਬ੍ਰਹਮ ਗਿਆਨੀ ਬਣ ਗਿਆ ਹਾਂ। ਗੁਰ ਸੇਵਨ ਦਿਨ ਰੈਨ ਬਿਤਾਵਨਾ। ਸਗੋਂ ਗੁਰੂ ਦੀ ਸੇਵਾ ਵਿੱਚ ਹੀ ਰਾਤ ਦਿਨ ਪੁਰਖਾ ਬਿਤਾਉਣਾ ਲੰਘਾਉਣਾ ਹੈ ਆਪ ਜੀ ਨੇ। ਜਿਸ ਆਚਾਰ ਕੋ ਨਰ ਸਭ ਦੇਖਾ। ਜਿਸ ਆਚਾਰ ਨੂੰ ਵੀ ਇਹ ਬ੍ਰਹਮ ਗਿਆਨ ਪਾ ਕੇ ਗੁਰੂ ਦੀ ਸੇਵਾ ਕਰਨੀ ਹੈ, ਕਦੀ ਆਪਣਾ ਆਪ ਨਹੀਂ ਜਨਾਉਣਾ। ਜਿਸ ਆਚਾਰ ਕਰਤੱਵ ਨੂੰ
ਸਾਰੇ ਪੁਰਸ਼ ਹੀ ਜਦੋਂ ਦੇਖਣਗੇ ਆਉਣ ਵਾਲੇ, ਲਗਹਿ ਕਰਨ ਹੋਇ ਭਲਾ ਵਿਸੇਖਾ। ਉਹ ਵੀ ਕਰਨ ਲੱਗ ਜਾਣਗੇ, ਜਿਸ ਕਰਕੇ ਉਹਨਾਂ ਦਾ ਵੀ ਬੜਾ ਭਲਾ ਹੋਵੇਗਾ। ਸਭ ਤੇ ਨੀਚ ਆਪ ਕੋ ਮਾਨਾ। ਬਸ ਇਹੀ ਸਮਝਣਾ, ਸਭ ਤੋਂ ਆਪਣਿਆਂ ਨੂੰ ਨੀਚ ਹੀ ਮੰਨਣਾ ਹੈ, ਨੀਵਾਂ ਹੀ ਜਾਣਨਾ ਹੈ ਕਿ ਨਾਨਕ ਨੀਚਾਂ ਅੰਦਰ ਨੀਚ ਹਾਂ, ਨੀਚੀ ਹਾਂ ਅਤ ਨੀਚ। ਨਾਨਕ ਨੀਚਾਂ ਅੰਦਰ ਜਾਤ, ਨੀਚੀ ਹਾਂ ਅਤ ਨੀਚ। ਇਵੇਂ ਬਣ ਕੇ ਰਹਿਣਾ ਕਿ ਮੈਂ ਕੁਝ ਨਹੀਂ ਜਾਣਦਾ ਹਾਂ, ਮੈਂ ਨਿਮਾਣਾ ਹਾਂ। ਇਹੀ ਕਹਿਣਾ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਸੋ ਮੀਤ ਹਮਾਰਾ ਹੋਏ। ਵੀ ਜਿਵੇਂ ਭਗਤ ਕਬੀਰ ਮਹਾਰਾਜ ਵੀ ਕਹਿੰਦੇ ਵੀ ਸਾਰਿਆਂ ਤੋਂ ਅਸੀਂ ਬੁਰੇ ਹਾਂ, ਸਾਰੇ ਬਾਕੀ ਚੰਗੇ ਆ ਮੈਨੂੰ ਛੱਡ ਕੇ। ਇਵੇਂ ਸਮਝਣਾ ਪੁਰਖਾ ਸਭ ਤੋਂ ਨੀਵਾਂ ਹੀ ਆਪਣੇ ਆਪ ਨੂੰ ਮਨ 'ਚ ਜਾਣਨਾ ਹੈ। ਹਿਰਦੇ ਹੰਕਾਰ ਨਾ ਕਬਹੁ ਠਾਨਾ। ਹਿਰਦੇ ਵਿੱਚ ਹੰਕਾਰ ਕਦੀ ਨਹੀਂ ਕਰਨਾ ਵੀ ਮੈਂ ਬ੍ਰਹਮ ਗਿਆਨੀ ਹੋ ਗਿਆ ਹਾਂ। ਦੋਹਰਾ ਬ੍ਰਹਮ ਗਿਆਨੀ ਹੋਏ ਜੇ, ਬ੍ਰਹਮ ਗਿਆਨੀ ਹੋਏ ਜੇ ਅਹੰ ਬ੍ਰਹਮ। ਬ੍ਰਹਮ ਗਿਆਨੀ ਹੋਏ ਜੇ, ਚਲੋ ਵੀ ਜੇ ਸੱਚਮੁੱਚ ਕੋਈ ਬ੍ਰਹਮ ਗਿਆਨੀ ਹੋਵੇ, ਅਹੰ ਬ੍ਰਹਮ ਕਹਿ ਜੋਏ। ਤੇ ਜੇਕਰ ਉਹ ਅਹੰ ਬ੍ਰਹਮ ਕਹੇ ਆਪਣੇ ਮੁਖ ਤੋਂ ਵੀ ਮੈਂ ਹੀ ਬ੍ਰਹਮ ਹਾਂ, ਮੈਂ ਰੱਬ ਹਾਂ, ਸੋ ਤੋ ਸਦ ਹੀ ਮੁਕਤ ਹੈ। ਉਹ ਕਹਿਣ ਵਾਲਾ ਸਦਾ ਹੀ ਬ੍ਰਹਮ ਗਿਆਨੀ, ਜਿਹੜਾ ਬ੍ਰਹਮ ਗਿਆਨੀ ਹੋ ਵੀ ਗਿਆ ਸੱਚੀ ਮੁੱਚੀ ਤੇ ਕਹਿ ਵੀ ਰਿਹਾ ਹੈ, ਉਹ ਤੇ ਸਦਾ ਹੀ ਮੁਕਤ ਹੈ। ਤਾਹੇ ਵਿਕਾਰ ਨਾ ਕੋਏ। ਵੀ ਉਸ ਨੂੰ ਤੇ ਕੋਈ ਵਿਕਾਰ ਨਹੀਂ ਹੈ, ਉਸ ਨੂੰ ਤੇ ਕੋਈ ਇਹਦੇ ਵਿੱਚ ਵਿਗਾੜ ਨਹੀਂ ਹੈ। ਚੌਪਈ ਪਰ ਕਲ ਕੇ ਨਰ ਹੋਇ ਸਿੱਖ ਤਾਹੀ। ਉਸ ਗੁਰੂ ਦੇ ਜਦੋਂ ਕਲਯੁਗ ਦੇ ਵਿੱਚ ਜਿਹੜੇ ਲੋਕ ਸਿੱਖ ਹੋਣਗੇ, ਜਿਨ ਕੇ ਹਿਰਦੇ ਸੁਧ ਭਲ ਨਾਹੀ। ਜਿਨ੍ਹਾਂ ਦੇ ਹਿਰਦੇ ਸ਼ੁੱਧ ਤੇ ਚੰਗੇ ਬਿਲਕੁਲ ਨਹੀਂ ਜਦੋਂ ਹੋਣਗੇ, ਸੁਨ ਕੇ ਕਹਿਣ ਲੱਗਾ ਪੁਨ ਤਾਸੇ। ਪੁਰਖਾ ਜਦੋਂ ਉਹ ਆਪਣੇ ਗੁਰੂ ਤੋਂ ਸੁਣਨਗੇ ਵੀ ਅਹੰ ਬ੍ਰਹਮਾਸਮੀ, ਮੈਂ ਹੀ ਰੱਬ ਹਾਂ, ਤੇ ਉਹ ਵੀ ਉਸੇ ਤਰ੍ਹਾਂ ਹੀ ਕਹਿਣ ਲੱਗ ਪੈਣਗੇ ਅੱਗੋਂ। ਗੁਰੂ ਬਦਨ ਤੇ ਭਾਖਾਂ ਜਾਸੇ। ਜਿਸ ਤਰ੍ਹਾਂ ਉਹਨਾਂ ਦਾ ਬ੍ਰਹਮ ਗਿਆਨੀ ਗੁਰੂ ਇਹ ਗੱਲ ਕਹਿਣ ਲੱਗ ਪਊਗਾ ਵੀ ਅਹੰ ਬ੍ਰਹਮਾਸਮੀ, ਚਲੋ ਗੁਰੂ ਤੇ ਸੱਚਮੁੱਚ ਹੀ ਬ੍ਰਹਮ ਗਿਆਨੀ ਹੈ ਤੇ ਗੁਰੂ ਨੇ ਤੇ ਕਹਿਣਾ ਹੀ ਕਹਿਣਾ। ਤੇ ਮਹਾਰਾਜ ਸਮਝਾ ਰਹੇ, ਕਹਿ ਰਹੇ ਹੈ ਪੁਰਖਾ, ਜੇ ਵੀ ਕਲਯੁਗ ਦੇ ਸਮੇਂ ਵਿੱਚ ਤੇ ਬਹੁਤ ਮਾੜੀ ਮੱਤ ਵਾਲੇ ਜੀਵ ਹੋਣੇ ਆ, ਜਿਨ੍ਹਾਂ ਦੇ ਹਿਰਦੇ ਭਲੇ ਨਹੀਂ ਹੋਣਗੇ, ਮੈਲੇ ਹੋਣਗੇ, ਪਾਪਾਂ ਨਾਲ ਭਰੇ ਹੋਣਗੇ। ਜਦੋਂ ਉਹਨਾਂ ਦਾ ਗੁਰੂ ਇਹ ਕਹੇਗਾ ਵੀ ਮੈਂ ਹੀ ਰੱਬ ਹਾਂ, ਚਲੋ ਉਹਦੇ ਸੱਚਮੁੱਚ ਹੀ ਹੈ ਰੱਬ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ। ਪਰ ਇਹ ਸੁਣ ਕੇ ਜੇ ਉਹਦੇ ਜਿਹੜੇ ਸਿੱਖ ਉਹ ਵੀ ਇਸੇ ਤਰ੍ਹਾਂ ਹੀ ਕਹਿਣ ਲੱਗ ਜਾਣਗੇ, ਤਿਨ ਕੀ ਜਿਉ ਹੈ ਰੀਤ ਕੁਢਾਲੀ। ਉਹ ਜਦੋਂ ਕਹਿਣ ਲੱਗੇ ਫਿਰ ਉਹ ਦੁੱਖ ਪਾਉਣਗੇ। ਉਹਨਾਂ ਦੀ ਜਿਹੜੀ ਰੀਤੀ ਮਰਿਆਦਾ ਹੈ ਫਿਰ ਤੇ ਇਸ ਤਰ੍ਹਾਂ ਮਾੜੀ ਜੀ ਹੋ ਜਾਏਗੀ। ਸੋ ਸੁਨ ਲਿਓ ਕਹਾਂ ਬਿਦਲਾਨੇ। ਉਹ ਜਿਹੜੇ ਕਹਿਣ ਵਾਲੇ ਉਹਨਾਂ ਦੀ ਰੀਤੀ ਤੇ ਇਵੇਂ ਮਾੜੀ ਹੈ ਵੀ ਹੈ ਤੇ ਬ੍ਰਹਮ ਗਿਆਨੀ ਨਹੀਂ ਹੈ, ਤੇ ਸੁਣ ਕੇ ਕਹਿਣ ਲੱਗ ਜਾਣਗੇ। ਉਹ ਸੁਣ ਪੁਰਖਾ, ਉਹ ਤੂੰ ਸੁਣ ਲਾ ਨਾਲ ਹੀ। ਗਿਆਨ ਸਮਾਨ ਕ੍ਰਿਤ ਕੇ ਜਾਨਹ। ਜਿਹੜਾ ਬ੍ਰਹਮ ਗਿਆਨ ਹੈ ਇਹਦੇ ਚੰਗੇ ਵਧੀਆ ਘਿਓ ਦੇ ਸਮਾਨ ਜਾਣ ਲੋ। ਉੱਤਮ ਗਰਭ ਵਿਸ਼ੇਸ਼ ਪਰਮਾਨਹ। ਤੇ ਬੜਾ ਉੱਤਮ ਹੈ, ਫਿਰ ਭਾਰੀ ਹੈ ਜਾਣ ਲੋ। ਕਫ ਸੁਭਾਵ ਜਿਨ ਕੇਰ ਮਹਾਨਾ। ਤੇ ਜਿਨ੍ਹਾਂ ਦਾ ਹੁਣ ਵੀ ਬ੍ਰਹਮ ਗਿਆਨ ਘਿਓ ਦੇ ਸਮਾਨ ਜਾਣ ਲੋ, ਸਮਝ ਲਓ। ਜੋ ਬ੍ਰਹਮ ਗਿਆਨ ਵੀ ਬੜਾ ਉੱਤਮ ਹੈ ਤੇ ਘਿਓ ਵੀ ਬੜਾ ਉੱਤਮ ਹੈ। ਗਰਭ ਵਿਸ਼ੇਸ਼ ਪਰਮਾਨ ਹੋ, ਫਿਰ ਬੜਾ ਭਾਰੀ ਹੈ ਬ੍ਰਹਮ ਗਿਆਨ। ਘਿਓ ਵੀ ਬੜਾ ਭਾਰੀ ਹੈ, ਉਹਨੂੰ ਪਹੁੰਚਾਉਣ ਲਈ ਵੀ ਸ਼ਕਤੀ ਚਾਹੀਦੀ ਹੈ, ਰੋਗ ਨਹੀਂ ਕੋਈ ਚਾਹੀਦਾ ਹੋ ਰਿਹਾ। ਇਸ ਤਰ੍ਹਾਂ ਤੁਸੀਂ ਪਰਮਾਨੁ ਕਹੀਏ ਜਾਣ ਲਓ। ਅਤੇ ਮਹਾਰਾਜ ਕਹਿੰਦੇ ਹੈ ਜਿਸ ਤਰ੍ਹਾਂ ਵੀ ਜਿਨ੍ਹਾਂ ਦਾ ਸੁਭਾਅ, ਜਿਨ੍ਹਾਂ ਦਾ ਸੁਭਾਵ ਕਫ ਵਾਲਾ ਹੈ ਬਹੁਤ, ਭਾਵ ਜਿਨ੍ਹਾਂ ਦੇ ਆ ਥੋੜ੍ਹਾ ਜਿਹਾ ਖਾਂਦੇ ਅਤੇ ਰੇਸ਼ਾ ਬਣ ਜਾਂਦਾ, ਬਲਗਮ ਬਣ ਜਾਂਦੀ ਹੈ। ਤੇ ਨਰ ਕ੍ਰਿਤ
ਤੇ ਨਰ ਘ੍ਰਿਤ ਕਰਹੀ ਜੇ ਪਾਨਾ। ਜਿਨ੍ਹਾਂ ਦਾ ਸੁਭਾਅ ਹੈ ਕਫ ਵਾਲਾ ਵੀ ਬਲਗਮ ਬਣ ਜਾਂਦੀ ਹੈ, ਥੋੜਾ ਜਿਹਾ ਖਾਣ ਕੋਈ ਇਹੋ ਜਿਹੀ ਚੀਜ਼, ਤੇ ਜੇ ਉਹ ਪੁਰਸ਼ ਐਵੇਂ ਘਿਓ ਦਾ ਛਕਣਾ ਕਰੇ ਪਚੇ ਨਹੀਂ ਸੋ ਕਰਤ ਬਿਕਾਰਾ। ਤੇ ਉਹ ਘਿਓ ਨੂੰ ਪਚਦਾ ਨਹੀਂ ਹੈ, ਸਗੋਂ ਨੁਕਸਾਨ ਵਿਗਾੜ ਹੀ ਕਰਦਾ ਹੈ। ਛਾਤੀ ਬੋਝ ਹੋਤ ਦੁਖ ਭਾਰਾ। ਛਾਤੀ ਤੇ ਬੋਝ ਹੋ ਜਾਂਦਾ ਹੈ, ਛਾਤੀ ਭਾਰੀ ਹੋ ਜਾਂਦੀ ਹੈ ਤੇ ਭਾਰਾ ਦੁੱਖ ਹੋ ਜਾਂਦਾ। ਬਲਗਮ ਵਾਲਾ ਉਹ ਪਹਿਲਾਂ ਹੀ ਸੀ, ਉਤੋਂ ਘਿਓ ਖਾ ਲਿਆ ਤੇ ਉਹ ਸਗੋਂ ਛਾਤੀ ਰੁਕ ਗਈ, ਛਾਤੀ ਭਾਰੀ ਹੋ ਗਈ ਤੇ ਖੂੰ ਖੂੰ ਕਰਨ ਲੱਗ ਪਿਆ। ਹੋਤ ਰੋਗ ਕੋ ਕਾਰਨ ਸੋਈ। ਤੇ ਉਹ ਜਿਹੜਾ ਇਹੋ ਜਿਹਾ ਪੁਰਸ਼ ਕਫ ਵਾਲਾ ਘਿਓ ਛਕਦਾ ਉਹਨੂੰ ਪਚਦਾ ਨਹੀਂ ਹੈ, ਸਗੋਂ ਨੁਕਸਾਨ ਹੁੰਦਾ ਹੈ। ਛਾਤੀ ਦੇ ਬੋਝ ਬਹੁਤਾ ਹੋ ਜਾਂਦਾ ਬਲਗਮ ਦਾ, ਤੇ ਉਹ ਘਿਓ ਹੈ ਤੇ ਚੰਗਾ ਸੀ ਤੇ ਉਹੀ ਉਹ ਰੋਗ ਦਾ ਕਾਰਨ ਹੁੰਦਾ ਹੈ। ਤਹਾਂ ਤੇ ਸੁਖੀ ਸਰੀਰ ਨਾ ਹੋਈ। ਉਸ ਨੂੰ ਉਸ ਸਰੀਰ ਘਿਓ ਤੋਂ ਸੁੱਖ ਥੋੜੀ ਹੁੰਦਾ, ਉਹਦੇ ਸਰੀਰ ਨੂੰ ਕੋਈ ਸੁੱਖ ਨਹੀਂ ਹੁੰਦਾ। ਘਿਓ ਸੁਖਕਾਰੀ ਹੈ, ਤਗੜਿਆਂ ਕਰਦਾ, ਪਰ ਬਲਗਮ ਵਾਲੇ ਦੇ ਸਰੀਰ ਨੂੰ ਸੁੱਖ ਨਹੀਂ ਹੁੰਦਾ। ਅਚਿਓ ਹੇਤ ਸੁਖ ਹੋਇ ਵਿਪਰੀਤਾ। ਛਕਿਆ ਦੇ ਸੀ ਉਹਨੇ ਸੁੱਖ ਵਾਸਤੇ ਘਿਓ ਵੀ ਤਗੜਾ ਹੋ ਜਾਊਗਾ, ਉਹ ਉਲਟੀ ਰੀਤੀ ਹੋ ਗਈ, ਸਗੋਂ ਉਲਟਾ ਹੀ ਰੀਤੀ ਹੋ ਜਾਂਦੀ ਹੈ, ਸਗੋਂ ਰੋਗੀ ਹੋ ਜਾਂਦਾ, ਖੂੰ ਖੂੰ ਕਰਦਾ ਜ਼ਿਆਦਾ ਹੀ। ਗੁਣ ਤੋ ਰਹਿਓ ਸੋ ਔਗੁਣ ਕੀਤਾ। ਉਸ ਘਿਓ ਨੇ ਗੁਣ ਤੇ ਕੀ ਕੀਤਾ, ਗੁਣ ਤੋਂ ਤੇ ਰਹਿ ਗਿਆ, ਸਗੋਂ ਔਗਣ ਕੀਤਾ, ਸਗੋਂ ਦੁਖੀ ਕੀਤਾ, ਰੋਗੀ ਸਗੋਂ ਜ਼ਿਆਦਾ ਕਰ ਦਿੱਤਾ। ਪਿੱਤੀ ਕੋ ਜਿਨ ਫੇਰ ਸੁਭਾਉ। ਜਿਨ੍ਹਾਂ ਦਾ ਫਿਰ ਗਰਮੀ ਵਾਲਾ ਸੁਭਾਅ ਹੈ, ਵੀ ਬਹੁਤ ਅੰਦਰ ਗਰਮੀ ਹੈ, ਤੇ ਘ੍ਰਿਤ ਪੀ ਕਰ ਚਾਹ ਪਚਾਓ। ਜੇ ਉਹ ਘਿਓ ਪੀ ਕੇ ਚਾਹੇ ਵੀ ਮੈਂ ਪਚਾ ਲਊਂਗਾ, ਘਿਓ ਪਹਿਲਾਂ ਹੀ ਗਰਮੀ ਬਹੁਤ ਹੈ, ਸੋਚੇ ਵੀ ਘਿਓ ਪੀ ਕੇ ਪਚਾ ਲਵਾਂ। ਤਿਨ ਕੋ ਅਤੀ ਸਾਰ ਦੁਖ ਹੋਈ। ਪੁਰਖਾ ਉਹਨਾਂ ਨੂੰ ਅਤੀ ਸਾਰ ਕਹੀਏ, ਦਸਤਾਂ ਦਾ ਦੁੱਖ ਹੋ ਜਾਂਦਾ, ਦਸਤ ਉਹਨੂੰ ਲੱਗ ਜਾਂਦੇ ਐ। ਮਿਟਤ ਨਾ ਕਰੇ ਉਪਾਏ ਜੇ ਕੋਈ। ਜੇ ਕੋਈ ਹਕੀਮ ਲੱਖਾਂ ਉਪਾਏ ਯਤਨ ਕਰੇ ਤਾਂ ਵੀ ਉਹਦੇ ਦਸਤ ਮਿਟਦੇ ਨਹੀਂ ਹੈ। ਜਿਹਨੂੰ ਅੰਦਰ ਗਰਮੀ ਹੈ, ਉਤੋਂ ਘਿਓ ਪੀ ਲੇ ਵੀ ਮੈਂ ਘਿਓ ਪਚਾਉਣਾ ਚਾਹਵਾਂ, ਫਿਰ ਉਹਨੂੰ ਦਸਤ ਲੱਗ ਜਾਂਦੇ ਹੈ, ਦੂਣੀ ਗਰਮੀ ਪੈ ਜਾਂਦੀ ਹੈ। ਦੂਣੀ ਗਰਮੀ ਪੈਣੇ ਕਰਕੇ ਉਹ ਦਸਤ ਲੱਗ ਜਾਂਦੇ ਹੈ। ਲੱਖਾਂ ਕਦੇ ਕੋਈ ਹਕੀਮ ਯਤਨ ਕਰੇ, ਉਹ ਫਿਰ ਮਿਟਦੇ ਨਹੀਂ ਹੈ ਛੇਤੀ। ਅਹ ਵਿਚਛਨ ਮਾਨਵ ਜੇਈ। ਇਸੇ ਤਰ੍ਹਾਂ ਜਿਹੜੇ ਮਨੁੱਖ ਬੜੇ ਵਿਚੱਛਣ ਕਹੀਏ, ਸਿਆਣੇ ਹੈ, ਸੂਝਵਾਨ ਹੈ, ਹਟੇ ਅਮੇਜ਼ ਤਾਹੇ ਕੋ ਸੇਈ। ਉਹ ਉਸ ਘਿਓ ਨੂੰ ਠਟੇ ਮੇਜ਼ ਕਹੀਏ, ਉਹਨੂੰ ਮਿਲਾ ਕੇ ਵਰਤਦੇ ਹੈ, ਉਹਦਾ ਅਨੂਪਾਨ ਕਰਦੇ ਹੈ। ਅਨੂਪਾਨ ਕਰਕੇ, ਅਨੂਪਾਨ ਹੁੰਦਾ ਵੀ ਜਿਹੜੀ ਕੋਈ ਚੀਜ਼ ਕਿਸੇ ਨਾਲ ਰਲਾ ਕੇ ਖਾਣੀ, ਜਿਵੇਂ ਕਿਸੇ ਨੇ ਕਹਿਣਾ ਵੀ ਆ ਪੂੜੀ ਖਾ ਲਾ, ਇਹ ਦੁੱਧ ਨਾਲ ਖਾਣੀ ਹੈ, ਗਰਮ ਪਾਣੀ ਨਾਲ ਖਾਣੀ ਹੈ, ਜਾਂ ਚਾਹ ਨਾਲ ਖਾ ਲੈਣੀ ਹੈ, ਇਹ ਅਨੂਪਾਨ ਹੁੰਦਾ, ਜਿਹੜਾ ਕੋਈ ਰਲਾ ਕੇ ਖਾਣਾ। ਜਿਹੜੇ ਸਿਆਣੇ ਪੁਰਸ਼ ਹੁੰਦੇ ਆ, ਉਸ ਘਿਓ ਨੂੰ ਠਟੇ ਮੇਜ਼ ਰਲਾ ਕੇ ਵਰਤਦੇ ਹਨ। ਮਿਸਰੀ ਕੀ ਕਰ ਸੰਗ ਮਿਲਾਉਣੀ। ਉਹ ਮਿਸ਼ਰੀ ਦਾ ਸੰਗ ਕਰਕੇ ਮਿਲਾਉਂਦੇ ਆ, ਮਿਸ਼ਰੀ ਨੂੰ ਉਹਦੇ ਵਿੱਚ ਘਿਓ ਵਿੱਚ ਮਿਲਾ ਲੈਂਦੇ ਐ। ਖਾਏ ਸਾਧ ਸੋ ਪੁਨ ਗੁਣ ਲਾਉਣੀ। ਫਿਰ ਬੜੇ ਸਵਾਦ ਨਾਲ ਛਕਦੇ ਆ, ਘਿਓ ਵੀ ਸਵਾਦੀ, ਮਿਸ਼ਰੀ ਵੀ ਮਿੱਠੀ, ਫਿਰ ਉਹ ਜਦੋਂ ਛਕਦੇ ਬੜਾ ਸਵਾਦ ਆਉਂਦਾ। ਸਾਵਾ ਸਾਧ ਖਾਏ ਸਾਧ ਸੋ, ਸਵਾਦ ਨਾਲ ਛਕਦੇ ਹੈ। ਗੁਣ ਲਾਉਣੀ, ਸੋਹਣਾ ਜਿਹੜਾ ਫਿਰ ਗੁਣ ਹੁੰਦਾ ਹੈ, ਉਹਦਾ ਫਾਇਦਾ ਜ਼ਿਆਦਾ ਹੁੰਦਾ ਹੈ, ਉਹ ਲਾਭਦਾਇਕ ਹੁੰਦੀ ਹੈ। ਐਸੇ ਸੁਨਹਾ ਗਿਆਨ ਕੀ ਚਾਲੀ। ਇਸੇ ਤਰ੍ਹਾਂ ਪੁਰਖਾ ਗਿਆਨ ਦੀ ਚਾਲੀ ਰੀਤੀ ਸੁਣੋ। ਪਾਏ ਰੀਤ ਜਿਸ ਹੋਤ ਘੁਟਾਲੀ। ਜਿਸ ਬ੍ਰਹਮ ਗਿਆਨ ਜੋ ਘਿਓ ਦੀ ਨਿਆਈ ਹੈ, ਉਹਨੂੰ ਪਾ ਕੇ, ਜਿਸ ਬ੍ਰਹਮ ਗਿਆਨ ਦੀ ਨੂੰ ਪਾ ਕੇ, ਜੇ ਜਿਸ ਨਾਲ ਮਾੜੀ ਰੀਤੀ ਹੋ ਜਾਂਦੀ ਹੈ, ਵੀ ਇੱਕ ਤਾਂ ਪਹਿਲਾਂ ਹੀ ਬਿਮਾਰ ਹੈ ਉੱਪਰੋਂ, ਅਤੇ ਜਿਵੇਂ ਘਿਓ ਖਾ ਕੇ ਹੋਰ ਬਿਮਾਰ ਹੋ ਜਾਂਦਾ ਹੈ,
ਇਸੇ ਤਰ੍ਹਾਂ ਬ੍ਰਹਮ ਗਿਆਨ ਨੂੰ ਪਾ ਕੇ ਜਿਵੇਂ ਹੋਰ ਮਾੜੀ ਰੀਤੀ ਹੋ ਜਾਂਦੀ ਹੈ ਗਿਆਨੀਆਂ ਦੀ। ਜਿਨ ਕੋ ਕਪ ਹੰਕਾਰ ਕਨੇਰਾ, ਜਿਨ੍ਹਾਂ ਨੂੰ ਹੁਣ ਹੰਕਾਰ ਰੂਪੀ ਬਲਗਮ ਬਹੁਤ ਜ਼ਿਆਦਾ ਹੀ ਹੋਈ ਪਈ ਹੈ, ਜਿਹੜੇ ਗੱਲ ਗੱਲ ਤੇ ਮੈਂ ਮੇਰੇ ਵਰਗਾ ਕੌਣ ਹੈ, ਇਸ ਤਰ੍ਹਾਂ ਜਿਨ੍ਹਾਂ ਨੂੰ ਹੰਕਾਰ ਰੂਪੀ ਬਲਗਮ ਬਹੁਤੀ ਹੋਈ ਹੈ, ਬਹੁਤਾ ਹੰਕਾਰ ਚੜਿਆ ਹੈ, ਸੁਨਤ ਗਿਆਨ ਤਿਨ ਵਧੇ ਕਨੇਰਾ, ਉਹਨਾਂ ਨੂੰ ਬ੍ਰਹਮ ਗਿਆਨ ਸੁਣਦਿਆਂ ਹੀ ਹੋਰ ਵਧੇਰੇ ਵੱਧ ਜਾਂਦੀ ਹੈ ਹੰਕਾਰ ਰੂਪੀ ਕਾਫਕ ਬਲਗਮ। ਜਦੋਂ ਸੁਣਦੇ ਆ ਵੀ ਅਹੰ ਬ੍ਰਹਮਾਸਮੀ, ਵੀ ਜਿਹੜਾ ਤੁਹਾਡਾ ਆਪਾ ਹੈ ਇਹ ਤਾਂ ਹੈਗਾ ਵਾ ਆਪ ਬ੍ਰਹਮ ਸਰੂਪ, ਜਦੋਂ ਉਹ ਸੁਣਦੇ ਆ ਉਹਨਾਂ ਨੂੰ ਸਗੋਂ ਹੰਕਾਰ ਰੂਪੀ ਕਫ ਬਹੁਤੀ ਵੱਧ ਜਾਂਦੀ ਹੈ। ਸਭ ਤਾ ਊਚ ਆਪ ਕੋ ਜਾਨਾ, ਫਿਰ ਤੋਂ ਸਾਰਿਆਂ ਤੋਂ ਉੱਚਾ ਆਪਣੇ ਆਪ ਨੂੰ ਜਾਣਦੇ ਹੈ ਕਿ ਆਪ ਉਸ ਕੋ ਦੀਰਘ ਕਰ ਜਾਣੇ ਔਰਨ ਕੋ ਲਗਮਾਤ, ਆਪਣੇ ਆਪ ਨੂੰ ਵੱਡਾ ਦੂਜਿਆਂ ਨੂੰ ਛੋਟਾ। ਫਿਰ ਤੇ ਉਹ ਕਹਿੰਦੇ ਆ ਰੱਬ ਵੀ ਹੁਣ ਮੈਂ ਹੀ ਹਾਂ। ਅਨੇਕ ਪਖੰਡਨ ਕੀ ਬਿਦ ਠਾਨਾ, ਇਸ ਤਰ੍ਹਾਂ ਉਹ ਅਗਿਆਨੀ ਬਿਮਾਰ ਹੰਕਾਰੀ ਅਨੇਕਾਂ ਤਰ੍ਹਾਂ ਦੇ ਪਖੰਡ ਦੀ ਵਿਧੀਆਂ ਠਾਠਦੇ ਆ ਕਰਦੇ ਆ, ਜਿਹਦੇ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਹੀ ਵਡਿਆਈ ਹੋਵੇ। ਪਖੰਡਾਂ ਦਾ ਢੰਗ ਤਰੀਕਾ ਕਰਦੇ ਬਹੁਤੇ। ਭਗਤ ਭਾਉ ਤਜ ਨਿਵੈ, ਭਗਤ ਭਾਉ ਨਿਜ ਨਿਵੈ ਨਾ ਕਾਹੂ, ਪ੍ਰੇਮਾ ਭਗਤੀ ਛੱਡ ਕੇ ਵੀ ਕਿਸੇ ਨਾਲ ਪ੍ਰੇਮ ਨਾ ਬੋਲਣਾ, ਸੁਭਾਅ ਨਾ ਬੋਲਣਾ, ਉਹਨੂੰ ਛੱਡ ਦਿੰਦੇ ਆ। ਉਹਨੂੰ ਛੱਡ ਕੇ ਨਿਵੇ ਨਾ ਕਾਹੂ, ਕਿਸੇ ਦੇ ਅੱਗੇ ਨਹੀਂ ਨਿਵਦੇ, ਆਕੜੇ ਰਹਿੰਦੇ ਆ ਸੁੱਕੇ ਰੁੱਖ ਦੀ ਨਿਆਈ। ਅਤੇ ਉਹ ਵਿਦਵਾਨ ਕਿਸੇ ਦਾ ਕਹਿਣਾ, ਜੋ ਅਕੜਾ ਸੋ ਮਰਾ, ਜੋ ਝੁਕਾ ਸੋ ਤਰਾ, ਇਵੇਂ ਨਿਵਦੇ ਨਹੀਂ ਹੈ ਕਿਸੇ ਅੱਗੇ, ਆਕੜੇ ਰਹਿੰਦੇ ਹਨ। ਛਾਤੀ ਰੋਗ ਬੋਝ ਹੋਏ ਤਾਹੋ, ਫਿਰ ਉਸ ਦੇ ਜਿਹੜੀ ਇਹਦਾ ਅੰਤఃਕਰਨ ਰੂਪ ਛਾਤੀ ਦੇ ਵਿੱਚ ਹੰਕਾਰ ਰੂਪੀ ਰੋਗ ਦਾ ਬੋਝ ਬਹੁਤ ਜ਼ਿਆਦਾ ਹੋ ਜਾਂਦਾ ਹੈ। ਉਹ ਜਿਵੇਂ ਬਲਗਮ ਵਾਲਾ ਘਿਓ ਖਾ ਲੇ, ਉਹਦੀ ਛਾਤੀ 'ਤੇ ਬੋਝ ਹੋ ਜਾਂਦਾ, ਖਾਉਂ ਜ਼ਿਆਦਾ ਹੀ ਕਰਨ ਲੱਗ ਪੈਂਦਾ, ਬਲਗਮ ਜ਼ਿਆਦਾ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨ ਘਿਓ ਦੀ ਨਿਆਈ ਹੈ, ਜਦੋਂ ਉਹਨੂੰ ਸੁਣ ਲੈਂਦਾ ਹੈ ਆਪਣੇ ਆਪ ਨੂੰ ਮੰਨਣ ਲੱਗ ਪੈਂਦਾ ਹੈ। ਜਿਹੜੀ ਅੰਤঃਕਰਨ ਹੈ ਉਹਦੇ ਵਿੱਚ ਹਉਮੈ ਦਾ ਰੋਗ ਬਲਗਮ ਜ਼ਿਆਦਾ ਵੱਧ ਜਾਂਦੀ ਹੈ, ਬੜਾ ਤਕੜਾ ਭਾਰ ਹੋ ਜਾਂਦਾ ਬੋਝ। ਜਨਮ ਮਰਨ ਕੀ ਪੀਰਾ ਪਾਈ, ਜਿਵੇਂ ਉੱਧਰ ਪੁਰਖ ਬਲਗਮ ਪਾ ਕੇ ਬਹੁਤ ਦੁੱਖ ਪਾਉਂਦਾ ਹੈ, ਇੱਧਰ ਅਗਿਆਨੀ ਝੂਠਾ ਬ੍ਰਹਮ ਗਿਆਨੀ ਜੰਮਣ ਮਰਨ ਦੀ ਪੀੜਾ ਪਾਉਂਦਾ, ਜੰਮਦਾ ਮਰਦਾ ਹੈ ਬਹੁਤ। ਸੁਖ ਤੋ ਰਹਿਓ ਭਇਓ ਦੁਖਦਾਈ, ਬ੍ਰਹਮ ਗਿਆਨ ਤੋਂ ਲੈਣਾ ਤੇ ਸੀ ਸੁੱਖ, ਸੁੱਖ ਤੇ ਬੜਾ ਦੂਰ ਰਹਿ ਗਿਆ, ਦੁਖਦਾਈ ਉਹਨੂੰ ਹੋ ਗਿਆ ਬ੍ਰਹਮ ਗਿਆਨ ਐਸਾ। ਪਿੱਤੀ ਵਿਸ਼ੈ ਵਾਸ਼ਨਾ ਜਾਹੀ, ਜਿਨ੍ਹਾਂ ਦੇ ਹਿਰਦੇ ਵਿੱਚ ਵਿਸ਼ੇ ਵਾਸ਼ਨਾ ਬਹੁਤੀਆਂ, ਇਹ ਪਿੱਤੀ ਦਾ ਰੋਗ ਹੈ। ਤੇ ਸੁਨ ਕੈ ਨਿਸੰਕ ਹੋਏ ਜਾਹੀ, ਵਿਸ਼ੇ ਵਾਸ਼ਨਾ ਰੂਪੀ ਗਰਮੀ ਜਿਸ ਦੇ ਹਿਰਦੇ ਵਿੱਚ ਹੈ, ਉਹ ਸੁਣ ਕੇ ਨਿਸ਼ੰਕ ਹੋ ਜਾਂਦੇ ਆ। ਫਿਰ ਜਦੋਂ ਜਿਨ੍ਹਾਂ ਪੁਰਖਾਂ ਦੇ ਹਿਰਦੇ ਵਿੱਚ ਵਿਸ਼ੇ ਵਾਸ਼ਨਾ ਰੂਪੀ ਜ਼ਿਆਦਾ ਗਰਮੀ ਹੈ ਨਾ, ਉਹ ਸੁਣ ਕੇ ਇਸ ਬ੍ਰਹਮ ਗਿਆਨ ਨੂੰ ਕਿ ਅਹੰ ਬ੍ਰਹਮਾਸਮੀ, ਕਿ ਮੈਂ ਹੀ ਬ੍ਰਹਮ ਰੂਪ ਹਾਂ, ਮੇਰਾ ਆਤਮਾ ਹੀ ਬ੍ਰਹਮ ਹੈ, ਉਹ ਸੁਣ ਕੇ ਨਿਸ਼ੰਕ ਹੋ ਜਾਂਦੇ, ਨਿਡਰ ਹੋ ਜਾਂਦੇ ਹੈ। ਬੀਚ ਵਿਸ਼ਾ ਕੇ ਫਸ ਕੇ ਸੋਈ, ਫਿਰ ਉਹ ਵਿਸ਼ਿਆਂ ਦੇ ਵਿੱਚ ਫਸ ਜਾਂਦੇ ਹੈ। ਕਹਿੰਦੇ ਕਰੋ ਕਰਾਓ ਭੋਗ ਵਿਲਾਸ ਕਰੋ, ਜਿਵੇਂ ਆਸਾ ਰਾਮ ਹੋਣੀ, ਰਾਮ ਰਹੀਮ ਹੋਣੀ, ਇਹੋ ਹੀ ਲੋਕ ਹੈ। ਵੇਦਾਂਤ ਥੋੜ੍ਹਾ ਬਹੁਤਾ ਪੜ੍ਹ ਕੇ ਦੇ ਲੱਗ ਗਏ ਕ੍ਰਿਸ਼ਨ ਜੀ ਲੀਲਾ ਕਰਨ, ਰਾਮ ਜੀ ਲੀਲਾ ਕਰਨ, ਅਸੀਂ ਰਾਮ ਹੁੰਦੇ ਹਾਂ, ਕ੍ਰਿਸ਼ਨ ਹੁੰਦੇ ਹਾਂ। ਵੀ ਤੁਸੀਂ ਕਿਵੇਂ ਰਾਮ ਕ੍ਰਿਸ਼ਨ ਹੋ? ਕਹਿੰਦੇ ਸਾਡਾ ਆਪਾ ਜਿਹੜਾ ਆਤਮ ਸਰੂਪ ਹੈ ਉਹੀ ਉਹ ਰਾਮ ਜੀ ਦਾ ਸਰੂਪ ਸੀ। ਇਵੇਂ ਉਹ ਅਗਿਆਨੀ ਲੋਕ ਫਿਰ ਲੀਲਾ ਕਰਨੀ ਸ਼ੁਰੂ ਕਰ ਦਿੱਤੀ, ਹੁਣ ਜੇਲ੍ਹਾਂ 'ਚ ਮਰ ਰਹੇ ਹੈ। ਵਿੱਚ ਵਿਸ਼ੇ ਕੇ ਬਸ ਫਸ ਕੇ ਸੋਈ, ਉਹ ਅਗਿਆਨੀ ਵਿਸ਼ਿਆਂ ਦੇ ਵਿੱਚ ਫਸ ਕੇ। ਓਰਕ ਨਰਕ ਗਮਨ ਤਿਨ ਹੋਈ, ਉਹਨਾਂ ਝੂਠੇ ਬ੍ਰਹਮ ਗਿਆਨੀਆਂ 110:8 ਦਾ
ਅੰਤ ਨੂੰ ਨਰਕ ਵਿੱਚ ਹੀ ਜਾਣਾ ਹੁੰਦਾ, ਚੱਲਣਾ ਹੁੰਦਾ ਹੈ। ਵਿਸ਼ਿਆਨ ਵਿਖੈ ਪਰਵਰਤਨ ਜੋਈ, ਜੋ ਵਿਸ਼ਿਆਂ ਵਿੱਚ ਪਰਿਵਰਤਨ ਹਨ ਲੱਗੇ ਹੋਏ ਹੈ। ਅਤੀ ਸਾਰ ਇਹ ਖਰੋ ਦਖੋਈ, ਜੋ ਵਿਸ਼ਿਆਂ ਵਿੱਚ ਪਰਿਵਰਤਨ ਹੈ, ਜਿਹੜੇ ਗ੍ਰਹਿਣ ਕਰਦੇ ਵਿਸ਼ਿਆਂ ਨੂੰ, ਇਹ ਉਹਨਾਂ ਨੂੰ ਬੜਾ ਖਰਾ ਹੀ ਦੁੱਖ ਹੈ, ਅਤੀਸਾਰ ਹੈ। ਜਿਵੇਂ ਜਿਹਦੇ ਅੰਦਰ ਗਰਮੀ ਬੜੀ ਹੈ, ਉਹ ਘਿਓ ਖਾ ਲਏ ਉਹਨੂੰ ਦਸਤ ਲੱਗ ਜਾਂਦੇ ਹੈ। ਇੱਧਰ ਜਿਹੜਾ ਵਿਸ਼ਿਆਂ ਵਿੱਚ ਪਰਿਵਰਤਨ ਜਿਹਦਾ ਮਨ, ਇਹ ਉਹਨੂੰ ਬੜਾ ਖਰਾ ਹੀ ਭਾਰੀ ਦੁੱਖ ਲੱਗਾ ਹੋਇਆ ਹੈ, ਦਸਤਾਂ ਦਾ, ਅਤੀਸਾਰ ਦਾ। ਤਾਂ ਤੇ ਮਿਸਰੀ ਭਗਤ ਸੰਜੁਤੀ, ਇਸ ਕਰਕੇ ਜਿਹੜੀ ਭਗਤੀ ਰੂਪ ਮਿਸ਼ਰੀ ਦੇ ਸਮੇਤ ਲਖਹਿ ਗਿਆਨ ਤਿਨ ਕੀ ਮਤ ਪੂਤੀ, ਉਹਨਾਂ ਦੀ ਮਤ ਪਵਿੱਤਰ ਹੈ, ਜਿਹੜੇ ਬ੍ਰਹਮ ਗਿਆਨ ਨੂੰ ਘਿਓ ਦੇ ਸਮਾਨ ਸਮਝ ਕੇ ਤੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਮਿਸ਼ਰੀ ਦੇ ਸਹਿਤ ਜਿਹੜੀ ਸਮਝ ਕੇ ਵਾਹਿਗੁਰੂ ਦੀ ਭਗਤੀ ਬ੍ਰਹਮ ਗਿਆਨ ਦੇ ਰੂਪੀ ਘਿਓ 'ਚ ਮਿਲਾ ਕੇ ਜਿਹੜੇ ਛਕਦੇ ਆ। ਨਿਸ਼ਚਾ ਹਿਰਦੇ ਗਿਆਨ ਕੋ ਧਰਹਿ, ਤੇ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਨਿਸ਼ਚਾ, ਯਕੀਨ, ਭਰੋਸਾ ਪੂਰਾ ਰੱਖਦੇ ਆ। ਭਾਉ ਭਗਤ ਬਾਹਰ ਸੁਭ ਕਰਹਿ, ਉਹ ਵਾਹਿਗੁਰੂ ਦੀ ਪ੍ਰੇਮਾ ਭਗਤੀ ਬਾਹਰੋਂ ਵੀ ਚੰਗੀ ਕਰਦੇ ਆ ਤੇ ਅੰਦਰੋਂ ਵੀ ਚੰਗੀ ਕਰਦੇ ਆ। ਉਹ ਬਾਹਰੋਂ ਆਪਣੇ ਆਪ ਨੂੰ ਤਿਆਗੀ ਨਹੀਂ ਕਹਾਉਂਦੇ ਕਿ ਮੈਂ ਵਿਸ਼ਈ ਨਹੀਂ ਹਾਂ ਤੇ ਅੰਦਰ ਵਿਸ਼ਈ ਨਹੀਂ ਹੈ। ਉਹ ਭਾਵ ਭਗਤੀ ਬਾਹਰੋਂ ਵੀ ਆਪਣੇ ਆਪ ਨੂੰ ਦਾਸਾਂ ਦੇ ਦਾਸ ਹੀ ਕਹਾਉਂਦੇ ਆ ਵੀ ਮੈਂ ਦਾਸ ਹਾਂ, ਮੈਂ ਸੰਗਤ ਦੇ ਚਰਨਾਂ ਦੀ ਧੂੜੀ ਹਾਂ, ਮੈਂ ਨਿਮਾਣਾ ਹਾਂ। ਸਤਿਗੁਰੂ ਜੀ ਦੀ ਬਾਣੀ ਤਾਂ ਹੀ ਇਸੇ ਤਰ੍ਹਾਂ ਆਉਂਦੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਹਮ ਅਪਰਾਧੀ ਸਦ ਭੂਲ ਤੇ। ਉਹ ਸ਼ਬਦ ਪ੍ਰੇਮਾ ਭਗਤੀ ਦੇ ਹੈ ਵੀ ਪ੍ਰੇਮਾ ਭਗਤੀ ਫਿਰ ਬਾਹਰ ਚੰਗੀ ਕਰਦਾ ਹੈ। ਐਸਾ ਪੁਰਖ ਜਿਹਦਾ ਜਿਹਦੇ ਹਿਰਦੇ ਵਿੱਚ ਗਿਆਨ ਦਾ ਪੂਰਾ ਨਿਸ਼ਚਾ ਹੈ, ਯਕੀਨ ਹੈ। ਤਿਨ ਕੋ ਦੁਖ ਨਾ ਲਾਗੇ ਕੋਈ, ਉਹਨਾਂ ਨੂੰ ਕੋਈ ਦੁੱਖ ਜਿਹੜਾ ਨਹੀਂ ਲੱਗਦਾ ਹੈ। ਸੁਖ ਪਾ ਪਹੁੰਚ ਪਰਮ ਪਦ ਹੋਈ, ਬ੍ਰਹਮ ਗਿਆਨ ਦੇ ਨਾਲ ਸੁਖ ਹੋ ਜਾਂਦਾ ਹੈ, ਅੰਤ ਨੂੰ ਪਰਮ ਪਦਵੀ ਵਿੱਚ ਪਹੁੰਚ ਜਾਂਦਾ ਹੈ। ਉਹ ਜਿਵੇਂ ਬੁੱਲੇ ਸ਼ਾਹ ਨੂੰ ਜਦੋਂ ਗਿਆਨ ਹੋ ਗਿਆ ਆਪਣੇ ਗੁਰੂ ਤੋਂ, ਤੇ ਉਸ ਵੇਲੇ ਕਿਹਾ ਵੀ ਗੁਰੂ ਜੀ ਹੁਣ ਦੱਸੋ ਕਿ ਜੋ ਰਹਿੰਦੀ ਪ੍ਰਾਲਬਧ ਹੈ, ਜਿਸ ਉਹ ਵੀ ਸੁੱਖ ਨਾਲ ਬਤੀਤ ਹੋਵੇ ਰਹਿੰਦੀ ਪ੍ਰਾਲਬਧ, ਉਹ ਆਪ ਜੀ ਮੈਨੂੰ ਢੰਗ ਤਰੀਕਾ ਦੱਸ ਦਿਓ। ਗੁਰੂ ਜੀ ਕਹਿਣ ਲੱਗੇ ਵੀ ਦੇਖੋ ਕਿ ਤੁਸਾਂ ਨੇ ਕਦੇ ਵੀ ਆਪਣਾ ਆਪ ਨਹੀਂ ਜਨਾਉਣਾ ਹੈ, ਬਣ ਕੇ ਨਹੀਂ ਬਹਿਣਾ ਹੈ, ਤੇ ਫਿਰ ਤੁਹਾਨੂੰ ਕਦੇ ਦੁੱਖ ਨਹੀਂ ਹੋਊਗਾ। ਪ੍ਰਾਲਬਧ 'ਚ ਰਹਿੰਦਿਆਂ ਸੁੱਖ ਹੀ ਸੁੱਖ ਹੋਊਗਾ। ਜਦੋਂ ਤੁਸੀਂ ਬਣੇ ਠਣੇ ਆਪਣਾ ਆਪ ਜਣਾ ਤੇ ਦੁੱਖ ਹੋਊ। ਕਹਿੰਦੇ ਠੀਕ ਗੁਰੂ ਜੀ, ਮੈਂ ਕੁਝ ਨਹੀਂ ਬਣਦਾ, ਮੈਂ ਆਪਣੇ ਆਪ ਨੂੰ ਕੋਈ ਮਹਾਤਮਾ ਸੰਤ ਐਡਾ ਤਗੜਾ ਨਹੀਂ ਕਹਿੰਦਾ, ਬਾਦਸ਼ਾਹ ਨਹੀਂ ਬਣਦਾ, ਤੇ ਚਲੋ ਮੈਂ ਇੱਕ ਬ੍ਰਿਸ਼ ਦੇ ਹੇਠਾਂ ਬੈਠ ਜਾਂਦਾ ਨਿਮਾਣਾ ਹੋ ਕੇ, ਉਹ ਤੇ ਬੈਠ ਹੀ ਸਕਦਾ ਹਾਂ। ਕਹਿੰਦੇ ਕੋਈ ਨਹੀਂ, ਤੂੰ ਬ੍ਰਿਸ਼ ਥੱਲੇ ਬਹਿ ਜਾ, ਭਾਵੇਂ ਕੁਝ ਬਣਨਾ ਨਹੀਂ ਹੈ, ਬਣ ਠਣ ਕੇ ਨਹੀਂ ਬਹਿਣਾ, ਜਨਾਉਣਾ ਨਹੀਂ ਆਪਣਾ ਆਪ ਦਾ ਕੁਝ, ਇਸ ਤਰ੍ਹਾਂ ਦੁੱਖ ਨਹੀਂ ਹੋਊਗਾ। ਕਹਿੰਦੇ ਠੀਕ ਹੈ ਜੀ, ਨਹੀਂ ਕਰਦਾ। ਉਹ ਬ੍ਰਿਸ਼ ਦੇ ਹੇਠਾਂ ਜਾ ਕੇ ਬੈਠ ਗਏ। ਉਹ ਕੋਈ 2-4 ਜਣੇ ਲੰਘ ਰਹੇ ਸਨ। ਬੁੱਲੇ ਸ਼ਾਹ ਨੂੰ ਪੁੱਛਿਆ ਵੀ ਤੂੰ ਕੌਣ ਹੈ? ਤੇ ਪਹਿਲਾਂ ਤਾਂ ਬੋਲੇ ਨਹੀਂ, ਫਿਰ ਕਹਿੰਦੇ ਵੀ ਤੂੰ ਕੌਣ ਹੈ? ਕਹਿੰਦੇ ਮੈਂ ਬੁੱਲੇ ਸ਼ਾਹ ਫਕੀਰ। ਉਹ ਸੁਣ ਕੇ ਕਹਿੰਦੇ ਵੀ ਇਹ ਬੈਠਾ ਦਰਖਤ ਥੱਲੇ ਹੈ ਤੇ ਆਪਣੇ ਆਪ ਨੂੰ ਸ਼ਾਹ ਕਹਿ ਰਿਹਾ ਹੈ, ਇਹ ਬਾਦਸ਼ਾਹ ਬਣਿਆ ਫਿਰਦਾ ਹੈ ਇਹ ਨੰਗ ਮਲੰਗ, ਤੇ ਬੈਠਾ ਰੁੱਖ ਥੱਲੇ ਤੇ ਕਹਿੰਦਾ ਵੀ ਮੈਂ ਪਾਤਸ਼ਾਹ ਹਾਂ ਤੇ ਫਕੀਰ ਵੀ ਹਾਂ, ਦੋ ਗੱਲਾਂ। ਆਂਦੇ ਨੂੰ ਕਰੋ ਸਿੱਧਿਆ, ਕਿੰਨਾ ਇਹ ਬਾਦਸ਼ਾਹ ਬਣਿਆ ਫਿਰਦਾ। ਉਹਨਾਂ ਨੇ ਜਿਹੜਾ ਫਿਰ 2-4 ਜਾਣੇ ਮਿਲਿਆ ਤੇ ਉਹਨਾਂ ਚਾਟਾ ਛਕਾਇਆ, ਕੁੱਟਿਆ ਮਾਰਿਆ। ਆ ਕੇ ਆਪਣੇ ਗੁਰੂ ਨੂੰ ਦੱਸਿਆ ਵੀ ਗੁਰੂ ਜੀ ਐਵੇਂ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਦਰਖਤ ਹੇਠਾਂ ਬੈਠਾ, ਅਤੇ ਕਿਹਾ ਤਾਂ ਮੈਂ ਕੁਝ ਵੀ ਨਹੀਂ ਹੈ, ਬਣਿਆ ਠਣਿਆ ਨਹੀਂ ਹੈ, ਨਿਮਾਣਾ ਹੋ ਕੇ ਦਰਖਤ ਹੇਠਾਂ ਬੈਠਾ ਅਤੇ ਮੇਰੀ ਤਾਂ ਐਵੇਂ ਕੁੱਟਮਾਰ ਕੀਤੀ ਹੈ 2-4 ਜਾਣਿਆਂ ਨੇ। ਕਹਿੰਦੇ ਤੁਸੀਂ ਕੁਝ ਨਾ ਕੁਝ ਤਾਂ ਜ਼ਰੂਰ ਜਣਾਇਆ ਹੋਊਗਾ ਹੀ ਨਾ, ਕੁਝ ਨਾ ਕੁਝ ਬੋਲਿਆ ਹੋਊਗਾ ਇਹੋ ਜਿਹਾ, ਆਪਣੇ ਆਪ ਦੇ ਬਣੇ ਹੋਗੇ। ਕਹਿੰਦੇ ਨਹੀਂ ਮੈਂ ਨਹੀਂ ਬੋਲਿਆ।
ਹੁਣ ਉਹ ਗੁਰੂ ਤ੍ਰਿਕਾਲਦਰਸ਼ੀ ਸੀ, ਸਭ ਕੁਝ ਜਾਣਦੇ ਸਨ। ਕਹਿੰਦੇ ਅਸੀਂ ਦੱਸੀਏ ਕਿ ਜਾਂ ਆਪ ਦੱਸੇਗਾ? ਬੁੱਲੇ ਸ਼ਾਹ ਨੇ ਸੋਚਿਆ ਵੀ ਹੁਣ ਜੇ ਮੈਂ ਦੱਸਾਂ, ਜੇ ਮੈਂ ਨਾ ਦੱਸਿਆ ਤੇ ਗੁਰੂ ਦੱਸਾਂ ਤੇ ਫਿਰ ਮਾੜੀ ਗੱਲ, ਚਲੋ ਮੈਂ ਹੀ ਕਹਿ ਦੇਣਾ। ਕਹਿੰਦੇ ਮੈਂ ਕੁਝ ਨਹੀਂ ਕਿਹਾ, ਮੈਨੂੰ ਉਹਨਾਂ ਪੁੱਛਿਆ ਵੀ ਤੂੰ ਕੌਣ, ਤੇ ਮੈਂ ਕਿਹਾ ਜੀ ਬੁੱਲੇ ਸ਼ਾਹ ਫਕੀਰ। ਇਸੇ ਗੱਲੋਂ ਕੁੱਟਣ ਲੱਗ ਪਏ। ਤੇ ਕਹਿੰਦੇ ਆ ਵੀ ਤੈਨੂੰ ਕੁੱਟਣੀ ਪੈਣੀ ਤੇ ਹੋਰ ਕੀ ਹੋਣਾ, ਇਹੀ ਤੇ ਸਿਆਪਾ ਹੈ। ਇੱਕ ਪਾਸੇ ਤੂੰ ਕਹਿ ਰਿਹਾ ਬੁੱਲੇ, ਇੱਕ ਪਾਸੇ ਕਹਿ ਰਿਹਾ ਸ਼ਾਹ ਫਕੀਰ, ਵੀ ਪਾਤਸ਼ਾਹ ਵੀ ਬਣਿਆ ਫਕੀਰ ਵੀ ਬਣ ਰਿਹਾ, ਦੋ ਦੋ ਪੂਛਾਂ ਲਾਈ ਫਿਰਦਾ, ਕੁੱਟ ਤੇ ਪੈਣੀ ਪੈਣੀ। ਹੁਣ ਪੂਛਾਂ ਵਾਲਿਆਂ ਨੂੰ ਤਾਂ ਕੁੱਟਾਂ ਪੈਂਦੀਆਂ ਪੈਂਦੀਆਂ, ਜਦੋਂ ਦੋ ਦੋ ਪੂਛਾਂ ਲਾਏਗਾ ਤੇ ਬੁੱਲਿਆ ਇਹ ਕੁੱਟ ਪੈਣੀ ਪੈਣੀ। ਕਹਿੰਦੇ ਫਿਰ ਮਹਾਰਾਜ ਮੈਂ ਕੀ ਕਰਾਂ ਜਿਸ ਨਾਲ ਇਹ ਕੁੱਟ ਨਾ ਪਵੇ? ਕਹਿੰਦੇ ਫਿਰ ਜਦੋਂ ਕੋਈ ਪੁੱਛੇ ਇਹ ਨਹੀਂ ਕਹਿਣਾ ਬੁੱਲੇ ਸ਼ਾਹ ਫਕੀਰ, ਇਹ ਕਹਿਣਾ ਬੁੱਲਾ ਇਕੱਲਾ, ਫਿਰ ਤੈਨੂੰ ਕੁੱਟ ਨਹੀਂ ਪਏਗੀ, ਸਦਾ ਸਰੀਰ ਤੱਕ ਰਹਿੰਦੇ। ਫਿਰ ਉਹ ਦਰਖਤ ਹੇਠਾਂ ਜਾ ਕੇ ਬੈਠ ਗਏ। ਉਹ ਜਿਹੜੇ ਜਿਨ੍ਹਾਂ ਕੁੱਟਿਆ ਸੀ ਉਹ ਫਿਰ ਲੰਘ ਰਹੇ ਸਨ। ਇੱਕ ਦਿਨ ਉਹਨਾਂ ਵੇਖ ਕੇ ਕਿਹਾ ਵੀ ਆਹ ਤੇ ਉਹੀਓ ਲੱਗਦਾ ਜਿਹਨੂੰ ਚਾਟਾ ਛਕਾਇਆ ਉਸ ਦਿਨ, ਇਹਨੂੰ ਲੱਗੀ ਨਹੀਂ, ਇਹ ਹਜੇ ਵੀ ਇੱਥੇ ਆ ਕੇ ਫਿਰ ਬੈਠਾ। ਕਹਿੰਦੇ ਉਹ ਤੂੰ ਕੌਣ ਆ, ਤੂੰ ਹਟਦਾ ਨਹੀਂ ਜਾਂਦਾ ਨਹੀਂ ਹੈ, ਕੀ ਕਰਦਾ ਇੱਥੇ, ਤੂੰ ਹੈ ਕੌਣ? ਪਹਿਲਾਂ ਨਹੀਂ ਬੋਲੇ, ਫਿਰ ਆਂਦੇ ਤੂੰ ਹੈ ਕੌਣ? ਕਹਿੰਦੇ ਬੁੱਲਿਆ ਮੈਂ, ਕਹਿੰਦੇ ਬੁੱਲਿਆ ਮੈਂ ਕੀ ਜਾਣਾ ਮੈਂ ਕੌਣ? ਜਦੋਂ ਇੱਦਾਂ ਕਿਹਾ ਵੀ ਮੈਂ ਕੀ ਜਾਣਾ ਮੈਂ ਕੌਣ, ਉਹ ਕਹਿੰਦੇ ਕਮਲਾ ਹੀ ਲੱਗਦਾ ਹੈ, ਵੀ ਤੈਨੂੰ ਨਹੀਂ ਪਤਾ ਤੂੰ ਕੌਣ ਹੈ? ਤੂੰ ਬੰਦਾ ਹੀ ਹੈ, ਤੂੰ ਕੋਈ ਕੀੜਾ ਮਕੌੜਾ ਤੇ ਨਹੀਂ ਹੈ, ਕੋਈ ਪੰਛੀ ਦੇ ਨਹੀਂ ਹੈ, ਬੰਦਾ ਹੀ ਹੈ। ਤੇ ਕਹੀ ਜਾਂਦਾ ਮੈਂ ਕੀ ਜਾਣਾ ਮੈਂ ਕੌਣ? ਉਹ ਕਿਹੜਾ ਬੰਦਾ ਜਿਹੜਾ ਆਪਣੇ ਆਪ ਦਾ ਨਹੀਂ ਜਾਣਦਾ ਵੀ ਮੈਂ ਕੀ ਜਾਣਾ, ਵੀ ਮੈਂ ਕੌਣ? ਸਾਰਿਆਂ ਨੂੰ ਪਤਾ ਹੀ ਹੈ, ਤੈਨੂੰ ਨਹੀਂ ਪਤਾ। ਅਤੇ ਛੱਡੋ ਪਰਾਂ, ਨਿਰਾ ਕਮਲਾ ਹੈ, ਕਿੱਥੇ ਮੱਥਾ ਲਾ ਲਿਆ ਇਹਨਾਂ। ਇਵੇਂ ਕਹਿ ਕੇ ਤੂੰ ਲੰਘ ਗਏ। ਬੁੱਲੇ ਸ਼ਾਹ ਨੇ ਆ ਕੇ ਦੱਸਿਆ ਗੁਰੂ ਜੀ ਇਹ ਤਾਂ ਬੜੀ ਸੋਹਣੀ ਜੁਗਤੀ ਹੈ। ਇੰਨਾ ਕਿਹਾ ਵੀ ਮੈਂ ਕੀ ਜਾਣਾ ਮੈਂ ਕੌਣ, ਅਤੇ ਉਹ ਚੱਲ ਗਏ ਵੀ ਇਹਦੇ ਕਮਲਾ ਹੀ ਹੈ। ਇਸ ਤਰ੍ਹਾਂ ਉਹ ਆਪਣਾ ਆਪ ਨਹੀਂ ਜਣਾਇਆ ਅਤੇ ਨਹੀਂ ਕੁੱਟ ਪਈ। ਜਦੋਂ ਕਿਹਾ ਬੁੱਲੇ ਸ਼ਾਹ ਫਕੀਰ, ਉਦੋਂ ਕੁੱਟ ਪੈ ਗਈ ਹੈ। ਇਸੇ ਤਰ੍ਹਾਂ ਮਹਾਰਾਜ ਕਹਿ ਰਹੇ ਹੈ ਵੀ ਪੁਰਖਾ ਜਿਹੜਾ ਨਾ ਆਪਣਾ ਆਪ ਕਦੀ ਨਹੀਂ ਜਣਾਉਣਾ ਹੈ, ਭਾਉ ਭਗਤ ਬਾਹਰ ਸ਼ੁਭ ਕਰੇ, ਚੰਗੀ ਭਗਤੀ ਕਰਨੀ ਹੈ। ਇਹੀ ਕਹਿਣਾ ਭਾਈ ਮੈਂ ਤੇ ਦਾਸਾਂ ਦਾ ਦਾਸ ਹੈ, ਬੇਨਤੀ ਕਰਨੀ ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨ ਨਾਥਾ। ਇਹੀ ਕਹਿਣਾ ਹੈ ਮਾਰੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਮਹਾਰਾਜ ਅਸੀਂ ਤਾਂ ਇਹੋ ਜਿਹੇ ਹਾਂ, ਸਾਡੇ 'ਚ ਕੋਈ ਗੁਣ ਨਹੀਂ ਹੈ, ਅਸੀਂ ਤਾਂ ਬਸ ਨਿਰਗੁਣੇ ਹੀ ਹਾਂ। ਇਹ ਗੁਰੂ ਘਰ ਦਾ ਸਿਧਾਂਤ ਹੈ। ਜਿਹੜੇ ਇਸ ਤਰ੍ਹਾਂ ਕਹਿੰਦੇ ਹੈ ਤਤ ਬੇਤੇ ਗਿਆਨੀ ਹੋ ਕੇ ਵੀ ਹਮ ਅਗਿਆਨ ਅਲਪ ਮਤ ਥੋਰੀ ਅਨਕ ਵਿਧੀ ਸਮਝਾਓ ਹੋ। ਮਹਾਰਾਜ ਤੁਸੀਂ ਸਾਨੂੰ ਸਮਝਾਉਂਦੇ ਹੋ, ਸਾਡੀ ਬੁੱਧੀ ਬੜੀ ਥੋੜ੍ਹੀ, ਸਮਝਦੇ ਨਹੀਂ ਹੈ। ਉਹਨਾਂ ਨੂੰ ਫਿਰ ਕੋਈ ਦੁੱਖ ਨਹੀਂ ਲੱਗਦਾ ਹੈ। ਸੁਖ ਭਾ ਪਹੁੰਚ ਪਰਮ ਪਦ ਹੋਈ, ਉਹਨਾਂ ਨੂੰ ਤੇ ਇਸ ਬ੍ਰਹਮ ਗਿਆਨ ਨਾਲ ਸੁੱਖ ਹੋ ਜਾਂਦਾ ਹੈ। ਅਖੀਰੀ ਉਹ ਪਰਮ ਪਦ ਵਿੱਚ ਪਹੁੰਚ ਜਾਂਦੇ ਹੈ, ਪਹੁੰਚਣਾ ਹੁੰਦਾ ਉਹਨਾਂ ਦਾ। ਇਹ ਸਿਧਾਂਤ ਸਭਨ ਤੇ ਨੀਕਾ, ਭਾਈ ਲੈਣਾ ਸਾਰਿਆਂ ਤੋਂ ਇਹ ਚੰਗਾ ਵਧੀਆ ਸਿਧਾਂਤ ਹੈ। ਹੋਏ ਉਧਾਰ ਜਗ ਤੇ ਜਿਉ ਜੀ ਕਾ, ਜਿਵੇਂ ਜੀ ਦਾ ਅੰਦਰਲੇ ਜੀਵ ਆਤਮਾ ਦਾ ਸੰਸਾਰ ਤੋਂ ਉਧਾਰ ਹੋ ਜਾਂਦਾ, ਛੁਟਕਾਰਾ ਹੋ ਜਾਂਦਾ ਇਸ ਸਿਧਾਂਤ ਦੇ ਧਾਰਿਆਂ। ਕਲ ਮੈਂ ਔਰ ਉਪਾਏ ਨਾ ਕੋਈ, ਕਲਯੁਗ ਦੇ ਵਿੱਚ ਹੋਰ ਕੋਈ ਯਤਨ ਹੀ ਨਹੀਂ ਹੈ ਤਰਨ ਦਾ। ਭਗਤ ਗਿਆਨ ਤੇ ਕੇਵਲ ਹੋਈ, ਇੱਕ ਤੇ ਵਾਹਿਗੁਰੂ ਦੀ ਭਗਤੀ ਕਰਨੀ ਹੈ। ਭਗਤੀ ਕਰਨ ਨਾਲ ਬ੍ਰਹਮ ਗਿਆਨ ਹੋ ਜਾਂਦਾ ਹੈ, ਜਿਸ ਕਰਕੇ ਕੇਵਲ ਮੁਕਤੀ ਹੋ ਜਾਂਦੀ ਹੈ, ਭੇਦਤਾ ਦੀ ਅਵਸਥਾ ਹੋ ਜਾਂਦੀ ਹੈ। ਤਿਨ ਕੀ ਪ੍ਰਾਪਤ ਜੇ ਨਰ ਚਾਹੀ, ਫਿਰ ਵੀ ਪੁਰਖਾ ਇਹ ਵੀ ਸੁਣ ਲੈ ਵੀ ਜੇ ਇਸ ਕੇਵਲ ਮੁਕਤੀ ਦੀ ਜਿਸ ਪੁਰਸ਼ ਨੂੰ ਪ੍ਰਾਪਤੀ ਚਾਹੀਦੀ ਹੈ ਵੀ ਉਹ ਕੇਵਲ ਮੁਕਤੀ ਚਾਹੁੰਦਾ ਹੈ, ਸੋ ਸਤ ਸੰਗ ਖੋਜ ਜਗ ਲਹਾਈ, ਉਹ ਨਾ ਜਗਤ ਦੇ ਵਿੱਚ ਸਤ ਸੰਗ ਨੂੰ ਲੱਭ ਲੈ।
ਜਿੱਥੇ ਸਹੀ ਰੂਪ ਵਿੱਚ ਸਤਸੰਗ ਹੁੰਦੀ ਹੋਵੇ। ਕਿਉਂਕਿ ਸਤਸੰਗ ਤੇ ਹੁਣ ਬਹੁਤ ਹੈ, ਕੋਈ ਕਿਸੇ ਦਿਨ ਲੱਗਦਾ, ਕੋਈ ਕਿਸੇ ਦਿਨ ਲੱਗਦਾ, ਅਤੇ ਉੱਥੇ ਸਤਸੰਗ ਕੋਈ ਨਹੀਂ ਹੁੰਦਾ, ਬੱਤੀਆਂ ਬੁਝਾਉਂਦੇ। ਜਾਂ ਉੱਥੇ ਸਤਸੰਗ ਕੋਈ ਨਹੀਂ ਹੁੰਦਾ, ਆਪਣੇ ਬਾਬੇ ਦੀ ਸਿਫਤ ਹੁੰਦੀ ਹੈ ਵਿੱਚ। ਜਾਂ ਅੱਜ ਕੱਲ੍ਹ ਬਹੁਤ ਹੀ ਪ੍ਰਚਾਰਕ ਇਹੋ ਜਿਹੇ ਹੋ ਗਏ ਵੀ ਰਾਜਨੀਤਿਕ ਹੋ ਗਏ ਹੈ, ਪ੍ਰਸ਼ਾਸਨ ਦੀਆਂ ਗੱਲਾਂ ਜ਼ਿਆਦੀਆਂ ਕਰਦੇ ਹੈ। ਇਹ ਸਤਸੰਗ ਨਹੀਂ ਹੈ। ਸਤਸੰਗ ਤੇ ਉਹ ਹੈ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਪਰਮੇਸ਼ਰ ਦੀ ਗੱਲ ਇੱਕ ਹੋ ਰਹੀ ਹੈ, ਨਾ ਲੋਕਾਂ ਦੀ ਵਡਿਆਈ ਦੀ ਗੱਲ, ਨਾ ਕਿਤੇ ਪ੍ਰਸ਼ਾਸਨ ਦੀ, ਨਾ ਕਿਤੇ ਰਾਜਨੀਤੀ ਦੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਉਹ ਜਿੱਥੇ ਇਹੋ ਜਿਹੀ ਸਤਸੰਗ ਹੁੰਦੀ ਨਾ ਸਤਪੁਰਸ਼ਾਂ ਦੀ, ਰੱਬ ਦੇ ਨਾਮ ਦੀ, ਉਹ ਫਿਰ ਪੁਰਸ਼ ਉਸ ਸੰਸਾਰ ਵਿੱਚ ਇਸ ਸਤਸੰਗ ਨੂੰ ਲੱਭ ਲੇ ਜਿਹੜਾ ਕੇਵਲ ਮੁਕਤੀ ਚਾਹੁੰਦਾ ਹੈ। ਕਰਹਿ ਭਾਉ ਸੇਵਾ ਤਹ ਠਾਨੈ। ਉੱਥੇ ਸਤਸੰਗ ਵਿੱਚ ਜਾ ਕੇ ਸਾਰਿਆਂ ਦੀ ਭਾਉ ਪ੍ਰੇਮ ਸ਼ਰਧਾ ਨਾਲ ਸੇਵਾ ਕਰਨੀ ਕਰੇ। ਬਚਨ ਸੁਨੈ ਤਿਨ ਦੇ ਮਨ ਕਾਨੈ। ਕਰਹਿ ਭਾਉ ਸੇਵਾ ਤਹ ਠਾਨੈ। ਸਤ ਸੰਗਤ ਨਾਲ ਪ੍ਰੇਮ ਕਰੇ, ਉੱਥੇ ਜਾ ਕੇ ਸੇਵਾ ਕਰਨੀ ਕਰੇ। ਬਚਨ ਸੁਣੇ ਤਿਨ ਦੇ ਮਨ ਕਾਨੈ। ਸਤ ਸੰਗਤ ਦੇ ਵਿੱਚ ਉੱਥੇ ਜਿਹੜਾ ਕੋਈ ਮਹਾਤਮਾ ਸੰਤ ਗੁਰਮੁਖ ਪਿਆਰਾ ਕੋਈ ਬਚਨ ਕਹਿ ਰਿਹਾ ਹੈ, ਉਹਨੂੰ ਬਚਨ ਨੂੰ, ਉਹਨਾਂ ਸੰਤਾਂ ਦੇ ਬਚਨਾਂ ਨੂੰ ਸਤਸੰਗ ਦੇ ਵਿੱਚ ਬੈਠ ਕੇ ਕੰਨ ਦੇ ਕੇ ਸੁਣੇ। ਕੰਨ ਦੇ ਕੇ ਭਾਵ ਮਨ ਲਾ ਕੇ ਅੰਦਰੋਂ ਸੁਣੇ ਧਿਆਨ ਨਾਲ। ਕਾਮ ਕ੍ਰੋਧ ਲੋਭਾਦਿਕ ਬਨ ਕੋ। ਜਿਹੜਾ ਕਾਮ ਹੈ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਈਰਖਾ, ਇਹ ਜਿਹੜਾ ਬਣ ਜੰਗਲ ਹੈ ਸਤ ਸੰਗ ਕੁਠਾਰ ਕਦਨ ਕੋ। ਪੁਰਖਾ ਜਿਹੜੀ ਸਤ ਸੰਗ ਹੈ ਨਾ, ਮਹਾਂਪੁਰਸ਼ਾਂ ਦੀ, ਗੁਰੂ ਦੀ ਸੰਗਤ, ਇਹ ਤੇ ਐਸੇ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜੰਗਲ ਦੀ ਨਿਆਈ ਹੈ। ਇਹ ਜੰਗਲ ਨੂੰ ਕੱਟਣ ਵਾਸਤੇ ਗੁਰੂ ਕੀ ਸੰਗਤ ਕੁਹਾੜੇ ਵਾਂਗ ਹੈ। ਕਾਮ ਤਮ ਅਗਿਆਨ ਹੈ ਭਾਨ ਸਮਾਨਾ। ਅਗਿਆਨ ਰੂਪੀ ਹਨੇਰੇ ਨੂੰ ਸਤਸੰਗ ਪਰਮੇਸ਼ਰ ਦੀ ਸੂਰਜ ਸਮਾਨ ਹੈ, ਪ੍ਰਕਾਸ਼ ਕਰਨ ਵਾਲੀ। ਵਿਸ਼ਾ ਤਪਤ ਕੋ ਛਾਏ ਮਹਾਨਾ। ਜਿਹੜੀ ਵਿਸ਼ਿਆਂ ਦੀ ਤਪਤ ਹੈ, ਉਸ ਨੂੰ ਨਸ਼ਟ ਕਰਨ ਵਾਸਤੇ ਗੁਰੂ ਕੀ ਸੰਗਤ, ਸਤਪੁਰਸ਼ਾਂ ਦੀ ਸੰਗਤ ਬਹੁਤ ਵੱਡੇ ਸਾਰੇ ਬ੍ਰਿਸ਼ ਦੀ ਸੰਘਣੀ ਛਾਂ ਸਮਾਨ ਹੈ। ਜਿਵੇਂ ਬੜੀ ਧੁੱਪ ਲੱਗੀ ਹੋਵੇ, ਚੰਗਾ ਤਗੜਾ ਬੋਰਡ ਹੋਵੇ, ਉਹਦੀ ਛਾਂ ਹੇਠ ਪੁਰਸ਼ ਆ ਜਾਵੇ ਦੀ ਸਾਰੀ ਗਰਮੀ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਵਿਸ਼ਾ ਰੂਪੀ ਤਪਸ਼ ਹੈ, ਗੁਰੂ ਕੀ ਸੰਗਤ ਹੈ, ਸਤ ਸੰਗਤ ਹੈ, ਇਹ ਵੱਡੇ ਬ੍ਰਿਸ਼ ਦੀ ਨਿਆਈ ਹੈ, ਸੰਘਣੀ ਛਾਂ ਦੀ ਨਿਆਈ ਹੈ। ਹੁਣ ਸਤ ਸੰਗ ਹੈ ਸਮ ਸਾਗਰ। ਫਿਰ ਜਿਹੜੀ ਸਤ ਸੰਗ ਹੈ, ਉਹ ਤੇ ਸਮੁੰਦਰ ਦੇ ਸਮਾਨ ਹੈ, ਬਹੁਤ ਤਗੜੀ। ਜਿਸ ਮਹਿ ਆਸ ਸੁਠ ਰਤਨ ਉਜਾਗਰ। ਜਿਸ ਸਤ ਸੰਗ ਵਿੱਚ ਐਸੇ ਸੋਹਣੇ ਰਤਨ ਪ੍ਰਗਟੀ ਹਨ। ਮੈਤਰੀ ਮੁਦਤਾ ਸਤ ਸੰਤ। ਮੈਤਰੀ ਮੁਦਤਾ ਸਤ ਸੰਤੋਖੰ। ਸੰਤੋਖੰ ਮੈਤਰੀ ਜਿਹੜੀ ਸਭ ਨਾਲ ਮਿੱਤਰਤਾ ਕਰਨੀ ਹੈ, ਮਿੱਤਰ ਭਾਵ ਰੱਖਣਾ ਹੈ, ਇਹ ਰਤਨ ਹੈ ਸਤਸੰਗ ਵਿੱਚ। ਮੁਦਤਾ ਕਿਸੇ ਦੇ ਵਡਿਆਈ, ਗੁਣ, ਅਹੁਦਾ ਵੇਖ ਕੇ ਖੁਸ਼ ਰਹਿਣਾ ਸੜਨ ਦੀ ਬਜਾਏ। ਸਤ, ਸਤ ਪ੍ਰਤੱਗੀ ਰਹਿਣਾ, ਸਤਵਾਦੀ ਰਹਿਣਾ, ਸੱਚ ਬੋਲਣਾ, ਸੰਤੋਖ ਰੱਖਣਾ, ਜਥਾ ਲਾਭ ਤਥਾ ਸੰਤੁਸ਼ਟ, ਜੋ ਮਿਲ ਗਿਆ ਉਹ 'ਚ ਸੰਤੋਖੀ ਰਹਿਣਾ, ਇਹ ਰਤਨ ਹਨ ਸਤਸੰਗ ਵਿੱਚ। ਕਰਨਾ ਛਿਮਾ ਖਾਰ ਨਹਿ ਦੋਖੰ। ਜਿਹੜੀ ਕਰਨਾ ਕਰਨੀ ਹੈ, ਕਿਰਪਾਲਤਾ ਕਰਨੀ, ਕਿਸੇ ਨੂੰ ਦੁਖੀ ਵੇਖ ਕੇ ਤੇ ਬੜੀ ਕਿਰਪਾਲਤਾ, ਦਇਆ ਆ ਜਾਣੀ, ਤਰਸ ਆ ਜਾਣਾ, ਫਿਰ ਉਦਮ ਕਰਨਾ ਵੀ ਉਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ, ਭਲਾ ਕੀਤਾ ਜਾਏ। ਇਹ ਕਰਨਾ ਪੈਦਾ ਹੋ ਜਾਂਦੀ ਸਤਸੰਗ ਦੇ ਵਿੱਚ ਆ ਕੇ, ਇਹ ਰਤਨ ਪੈਦਾ ਹੋ ਜਾਂਦਾ ਹੈ। ਛਿਮਾ ਜਿਹੜੀ ਸਹਾਰਨ ਸ਼ਕਤੀ ਹੈ, ਆਪ ਤੋਂ ਵੱਡੇ ਨੇ ਕਿਸੇ ਨੇ ਗੱਲ ਕੀਤੀ ਜਾਂ ਛੋਟੇ ਨੇ ਗੱਲ ਕੀਤੀ, ਉਹਨੂੰ ਸਹਾਰ ਲੈਣਾ, ਸਹਿਨਸ਼ੀਲਤਾ ਆ ਜਾਣੀ। ਖਾਰ, ਇਹ ਰਤਨ ਪੈਦਾ ਹੋ ਜਾਂਦੇ ਹੈ ਇਹ ਸਤਸੰਗ ਵਿੱਚ, ਇਹ ਰਤਨ ਹੈ ਸੁੱਤੇ ਸੇਧੀ। ਖਾਰ ਨਹਿ ਦੋਖੰ, ਸਮੁੰਦਰ ਦੇ ਜਲ ਤੇ ਹੁਣ ਖਾਰਾ ਹੈ। ਇਸ ਸਤਸੰਗ ਰੂਪੀ ਸਮੁੰਦਰ ਵਿੱਚ ਖਾਰ ਐਸਾ
ਖਾਰ ਦਾ ਦੂਸ਼ਣ ਨਹੀਂ ਹੈ, ਇਹ ਕੌੜੀ ਨਹੀਂ ਹੈ, ਸਾਧ ਸੰਗ ਮਾੜੀ ਨਹੀਂ ਹੈ। ਇਸੇ ਤਰ੍ਹਾਂ ਖਾਰ ਨਹਿ ਦੋਖੰ, ਜਿਹੜਾ ਸਾਧ ਸੰਗ ਰੂਪੀ ਸਮੁੰਦਰ ਹੈ, ਇਸ ਵਿੱਚ ਜਿਹੜੇ ਮਹਾਂਪੁਰਸ਼ ਚੰਗੀ ਮੱਤ ਦਿੰਦੇ ਆ ਜਾਂ ਗੁਰੂ ਸੱਚੇ ਪਾਤਸ਼ਾਹ ਚੰਗੀ ਮੱਤ ਦਿੰਦੇ ਤੇ ਬਦੀ ਤੋਂ ਵਰਜਦੇ ਆ, ਉਹ ਜਿਹੜਾ ਬਦੀ ਤੋਂ ਵਰਜਦੇ ਆ ਨਾ ਗੁਰੂ ਮਹਾਰਾਜ ਜਾਂ ਮਹਾਂਪੁਰਸ਼, ਤੇ ਉਹਨਾਂ ਦੇ ਬਚਨ ਖਾਰੇ ਲੱਗਣ ਵਾਂਗ ਹੈ। ਉਹ ਖਾਰੇ ਲੱਗਦੇ ਹੋ, ਜੋ ਸਖਤ ਲੱਗਦੇ ਹੈ, ਪਰ ਉਹ ਦੁੱਖ ਦੇਣ ਵਾਲੇ ਨਹੀਂ ਹੈ, ਸੁਖਦਾਈ ਹੈ। ਉਹ ਤੇ ਗੱਲ ਵੱਖਰੀ ਹੈ ਵੀ ਗੁਰੂ ਕੀ ਸੰਗਤ ਵਿੱਚ ਕੋਈ ਮਹਾਂਪੁਰਸ਼ ਗਿਆਨੀ ਗੁਰੂ ਦੇ ਸਿਧਾਂਤ ਨਾਲ ਕਥਾ ਕਰੇ ਤੇ ਜਿਹੜਾ ਕੋਈ ਝੂਠਾ ਉਹ ਵਿਚਾਰਾ ਗੁੱਸਾ ਕਰ ਲੈਂਦਾ, ਤੇ ਮਹਾਰਾਜ ਕਹਿੰਦੇ ਜੇ ਕੋ ਬੋਲਿਆ ਸੱਚ ਕੂੜਾ ਜਲ ਜਾਵਹੀ। ਹੁਣ ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਗੁਰੂ ਕੀ ਸੰਗਤ ਦੇ ਵਿੱਚ ਤੇ ਸੱਚ ਵਰਤਦਾ, ਤੇ ਝੂਠਿਆਂ ਦਾ ਚਿੱਤ ਉਦਾਸ ਹੋ ਜਾਂਦਾ। ਉਹਨਾਂ ਨੂੰ ਉਹ ਬਚਨ ਖਾਰੇ ਲੱਗਦੇ ਹੈ, ਉਹ ਦੁਖਦਾਈ ਨਹੀਂ ਸਗੋਂ ਸੁਖਦਾਈ ਹੈ। ਮਹਾਤਮਾ ਦੇ ਬਚਨ, ਗੁਰੂ ਦੇ ਬਚਨ, ਪਰ ਜਿਹੜੇ ਵਿਚਾਰੇ ਇਹੋ ਜਿਹੇ ਮੇਰੇ ਵਰਗੇ ਦੋਸ਼ੀ ਹੈ, ਗੁਨਾਹੀ ਹੈ, ਜਿਨ੍ਹਾਂ ਦੇ ਅੰਦਰ ਇਹੋ ਜਿਹੇ ਜ਼ਖਮ ਹੁੰਦੇ ਹੈ, ਉਹਨਾਂ ਨੂੰ ਗੁਰੂ ਦੇ ਉਪਦੇਸ਼ ਰੂਪੀ ਨਮਕ, ਮਹਾਤਮਾ ਦੇ ਬਚਨਾਂ ਰੂਪੀ ਨਮਕ ਲੱਗ ਹੀ ਜਾਂਦਾ। ਦੁਖੀ ਹੋ ਕੇ ਨੱਠ ਜਾਂਦੇ ਆ, ਤੁਰ ਕੇ ਨਿਕਲ ਜਾਂਦੇ ਸਤਸੰਗ ਚੋਂ ਬਾਹਰ। ਧੀਰਜ ਗਿਆਨ ਵਿਰਾਗ ਵਿਚਾਰਾ, ਧੀਰਜ ਹੌਸਲਾ ਹੋਣਾ, ਬ੍ਰਹਮ ਗਿਆਨ ਵਿਰਾਗ, ਸੰਸਾਰ ਤੋਂ ਉਪਰਾਮ ਰਹਿਣਾ, ਜੀਵ ਈਸ਼ ਦੀ ਏਕਤਾ ਦੀ ਵਿਚਾਰ ਕਰਨੀ, ਇਹ ਜਿਹੜੇ ਰਤਨ ਹਨ। ਭਾਉ ਭਗਤ ਭਲ ਮੋਖ ਦਵਾਰਾ, ਭਾਉ ਪ੍ਰੇਮ ਭਗਤ ਵਾਹਿਗੁਰੂ ਦੀ ਭਗਤੀ, ਇਹ ਚੰਗੇ ਮੁਕਤੀ ਦੇ ਦੁਆਰਾ ਹਨ, ਮੁਕਤੀ ਦੇ ਦਰਵਾਜ਼ੇ ਹੈ ਸਾਰੇ ਰਤਨ। ਸਮ ਦਮ ਜੋਗ ਆਦ ਜੇ ਸਭ ਹੀ, ਸਮ ਮਨ ਨੂੰ ਵਿਕਾਰਾਂ ਵੱਲੋਂ ਰੋਕਣਾ, ਦਮ ਇੰਦਰੀਆਂ ਦਾ ਕੰਟਰੋਲ ਕਰਨਾ, ਦਮਨ ਕਰਨਾ, ਜਿਹੜਾ ਜੋਗ ਜੋਗ ਆਦਿਕ ਸਾਰੇ ਜਿੰਨੇ ਗੁਣ ਹਨ। ਉਪਜੈ ਸਦਾ ਨਾਨਕ ਖੁਟੈ ਕਬਹੀ, ਇਹ ਹਮੇਸ਼ਾ ਹੀ ਸਾਧ ਸੰਗ ਵਿੱਚ ਜਾ ਕੇ ਉਪਜਦੇ ਪੈਦਾ ਹੁੰਦੇ ਆ। ਨਿਤ ਹੀ ਇਹ ਸਾਧ ਸੰਗ ਜੀ ਰਤਨ ਨਿਕਲਦੇ ਆ ਸਤ ਸੰਗ ਰੂਪੀ ਸਮੁੰਦਰ ਚੋਂ। ਇੱਥੇ ਹੁਣ ਸਮਾਂ ਨਹੀਂ ਹੈ, ਉਹ ਸਭ ਵਿਚਾਰੇ ਸੇਰੇ ਸੇਰ ਵੀ ਆ ਜਾਂਦੀਆਂ। ਉਪਜੈ ਸਦਾ ਨਾ ਨਖੁੱਟੈ ਕਵੇ, ਕਦੀ ਇਹ ਜਿਹੜੇ ਰਤਨ ਮੁੱਕਦੇ ਹੀ ਨਹੀਂ ਹੈ, ਨਿਕਲੀ ਆਉਂਦੇ, ਜੇ ਸਮੁੰਦਰ ਚੋਂ ਨਿਕਲੀ ਆਉਂਦੇ, ਮੁੱਕਦੇ ਥੋੜ੍ਹੀ ਹੈ। ਉਪਜੈ ਸਦਾ, ਹਿਰਦੇ ਵਿੱਚ ਵੀ ਸਦਾ ਹੀ ਇਹ ਰਤਨ ਪੈਦਾ ਹੁੰਦੇ, ਜਿਹੜੇ ਕਦੀ ਖਤਮ ਨਹੀਂ ਹੁੰਦੇ। ਜੋ ਇਸ ਸਾਗਰ ਬੀਚ ਸਮਾਵਾ, ਜੇ ਪੁਰਖਾ ਜਿਹੜਾ ਇਸ ਸਾਧ ਸੰਗਤ ਰੂਪੀ ਸਮੁੰਦਰ ਵਿੱਚ ਸਮਾਉਂਦਾ, ਲੀਨ ਹੁੰਦਾ, ਬੈਠਦਾ ਹੈ। ਕਹੋ ਕਿਉਂ ਨਾ ਆਨੰਦ ਪਦ ਪਾਵੈ, ਦੱਸੋ ਵੀ ਕਿਉਂ ਨਾ ਉਹ ਮਹਾਨ ਪਰਮ ਆਨੰਦ ਦਾ ਪਦ ਪਦਵੀ ਪਾਵੇ, ਕਿਉਂ ਨਾ ਇਸ ਪਦ ਉੱਚੇ ਨੂੰ ਪਾਵੇ, ਪਾਵੇਗਾ ਜ਼ਰੂਰ ਹੀ ਪਾਵੇਗਾ। ਸਭ ਸਾਧਨ ਮੁਖ ਸਤ ਸੰਗ ਜੋਈ, ਜੋ ਸਤ ਸੰਗਤ ਹੈ ਗੁਰੂ ਦੀ, ਮਹਾਤਮਾ ਪੂਰਨ ਸੰਤਾਂ ਦੀ, ਉਹ ਸਾਰੇ ਸਾਧਨਾ ਦਾ ਹੀ ਮੁੱਖ ਹੈ, ਸਾਰੇ ਸਾਧਨਾ ਤੋਂ ਮੁੱਖ ਹੈ। ਜਲ ਧਾਰਾ ਕਰ ਲਓ, ਗੰਗਾ ਇਸ਼ਨਾਨ ਕਰ ਲਓ, ਜਮਣਾ ਕਰ ਲਓ, ਪਰ ਮਹਾਤਮਾ ਦੀ ਸੰਗਤ ਸਾਧ ਸੰਗ ਜੀ ਸਾਰੇ ਸਾਧਨਾ ਤੋਂ ਮੁੱਖ ਹੈ। ਕਿਉਂਕਿ ਤਹਿ ਬੈਕੁੰਠ ਜਹ ਨਾਮ ਉਚਰ ਹੈ, ਤਹਿ 68 ਤੀਰਥ ਜਹ ਸਾਧ ਭਗਤ ਹੈ। 68 ਤੀਰਥ ਹੈ ਜਿੱਥੇ ਸਾਧੂ ਚਰਨ ਪਾਉਂਦੇ ਹੈ। ਤਹਿ ਬੈਕੁੰਠ ਜਹ ਨਾਮ ਉਚਰ ਹੈ, ਜਿੱਥੇ ਉਹ ਰੱਬ ਦੇ ਪਿਆਰੇ ਨਾਮ ਜਪਦੇ, ਉਹ ਬੈਕੁੰਠ ਸੱਚਖੰਡ ਹੈ। ਫਿਰ ਗੰਗਾ ਜਲ ਗੁਰ ਗੋਬਿੰਦ ਨਾਮ, ਗੰਗਾ ਵਿੱਚ ਇਸ਼ਨਾਨ ਕਰਨ ਦੀ ਬਜਾਏ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹੀ ਉਹ ਗੰਗਾ ਜਲ ਹੈ। ਉਹਦੇ ਵਿੱਚ ਹੀ ਨਾਮ ਵੀ ਜਿਹੜਾ ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰਦਾ ਹੈ, ਉਹ ਤੇ ਗੰਗਾ ਦੇ ਇਸ਼ਨਾਨ ਕਰਦਾ ਹੈ ਨਿਤ। ਇਸ ਮਿਲਨੇ ਸਭ ਪ੍ਰਾਪਤ ਹੋਈ, ਇਸ ਸਤਸੰਗ ਨੂੰ ਮਿਲਣ ਕਰਕੇ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ। ਧਰਮ ਅਰਥ ਕਾਮ ਮੁਖ ਇੱਥੇ ਹੀ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਜੋ ਸਤਸੰਗ ਵਿੱਚ ਜਪਿਆ ਜਾਂਦਾ ਹੈ। ਜਿਨ ਪਾਛੇ ਕੀਨੋ ਸਤ ਸੰਗਾ, ਜਿਨ੍ਹਾਂ ਨੇ ਪਿੱਛੋਂ ਸਤਸੰਗ ਕੀਤੀ ਹੈ, ਮੁਕਤ ਪਾਏ ਸੇ ਤਿਨ ਭ੍ਰਮ ਭੰਗਾ। ਜਿਨ ਪਾਛੇ, ਜਿਨ੍ਹਾਂ ਨੇ ਪਿੱਛੋਂ ਵੀ ਸਤਸੰਗਤ ਕੀਤੀ ਹੈ, ਥੋੜ੍ਹੇ ਸਮੇਂ ਵਿੱਚ ਵੀ ਮੁਕਤ ਪਏ, ਉਹ ਮੁਕਤ ਹੋ ਗਏ ਹੈ।
ਤਿੰਨ ਭਰਮ ਭੰਗਾ, ਉਹਨਾਂ ਦਾ ਸਾਰਾ ਭਰਮ ਭੰਗਾ ਨਾਸ ਹੋ ਗਿਆ ਹੈ। ਜੇ ਅਬ ਪ੍ਰੀਤ ਧਾਰ ਔਰ ਕਰਹਿ, ਜੇ ਵੀ ਪੁਰਖਾ ਹੁਣ ਤੂੰ ਪ੍ਰੀਤੀ ਧਾਰ ਕੇ ਹਿਰਦੇ ਵਿੱਚ ਸਤਸੰਗ ਕਰੇਗਾ, ਨਿਹ ਸੰਸਾ ਭਵ ਸਾਗਰ ਤਰਹਿ, ਨੇ ਸੰਸਯੋ ਭਵ ਸਾਗਰ ਤੋਂ ਤਰ ਜਾਣਗੇ। ਜੇ ਅਬ ਪ੍ਰੀਤ ਧਾਰ ਔਰ ਕਰਹਿ, ਜਿਹੜੇ ਹੁਣ ਇਸ ਕਲਯੁਗ ਦੇ ਸਮੇਂ ਵਿੱਚ ਪ੍ਰੀਤੀ ਧਾਰ ਕੇ ਹਿਰਦੇ ਵਿੱਚ ਤੇ ਸਤਸੰਗ ਕਰਨਗੇ, ਉਹ ਬਿਨਾਂ ਸੰਸ਼ੇ ਤੋਂ ਇਸ ਸੰਸਾਰ ਸਮੁੰਦਰ ਤੋਂ ਤਰ ਜਾਣਗੇ। ਬਹੁਰ ਜੇ ਕਰਹਿ ਔਰ ਅਗਾਰੀ, ਫਿਰ ਵੀ ਜਿਹੜੇ ਫਿਰ ਦੁਬਾਰਾ ਹੋਰ ਅੱਗੇ ਹੋਰਨਾਂ ਸਮਿਆਂ ਵਿੱਚ ਹੀ ਸਤਸੰਗ ਕਰਨਗੇ, ਤਿਨ ਕੀ ਹੋਵੈ ਮੋਖ ਸੁਖਾਰੀ, ਉਹਨਾਂ ਦੀ ਮੁਕਤੀ ਕੇਵਲ ਸੌਖੀ ਹੋ ਜਾਏਗੀ। ਮਹਾਭਾਗ ਲਹਣੇ ਸੁਨ ਲੀਜਾ, ਤੇ ਵੱਡੇ ਭਾਗਾਂ ਵਾਲੇ ਲੈਣੇ ਪੁਰਖਾ ਸਾਡਾ ਬਚਨ ਸੁਣ ਲਈਏ, ਤਾਂ ਤੇ ਸਤ ਸੰਗ ਰੀਤ ਕਰੀਜਾ। ਇਸ ਵਾਸਤੇ ਜਿਹੜੀ ਸਤਸੰਗ ਦੀ ਮਰਿਆਦਾ ਨਾ ਉਹ ਤੁਸਾਂ ਨੇ ਕਰਨੀ ਹੈ। ਭਾਵ ਜਿਵੇਂ ਅਸੀਂ ਸਤਸੰਗ ਕਰਦੇ ਰਹੇ ਹਾਂ, ਤੁਸਾਂ ਨੇ ਵੀ ਇਸੇ ਤਰ੍ਹਾਂ ਬਰਕਰਾਰ ਰੱਖਣੀ ਹੈ ਰੀਤੀ ਮਰਿਆਦਾ। ਆਪ ਵੀ ਸਤਸੰਗ ਕਰਨੀ ਹੈ ਤੇ ਦੂਜਿਆਂ ਕੋ ਕਰਵਾਉਣੀ ਹੈ। ਭਾਵ ਭਗਤ ਕਰਨੀ ਬਿਦਨੀ ਕੀ, ਚੰਗੇ ਢੰਗ ਤਰੀਕੇ ਨਾਲ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨੀ ਹੈ ਆਪ ਜੀ ਨੇ। ਹਿਰਦਾ ਗਿਆਨ ਗਤ ਹੋਇ ਸਜੀ ਕੀ, ਜਿਸ ਕਰਕੇ ਹਿਰਦੇ ਵਿੱਚ ਗਿਆਨ ਹੋਣੇ ਨਾਲ ਇਸ ਜੀਵ ਦੀ ਜਿਹੜੀ ਹੈ ਅੰਤਲੇ ਜੀਵ ਦੀ ਸੁੱਤੇ ਹਿੱਸੇ ਦੀ ਸੁਭਾਵਕ ਹੀ ਮੁਕਤੀ ਕਲਿਆਣ ਹੋ ਜਾਵੇਗੀ। ਤੇ ਇਹ ਕੁਝ ਤੇ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਸਾਨੂੰ ਹੀ ਸਿੱਖਿਆ ਦਿੱਤੀ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਜੋ ਭਾਈ ਲਹਿਣਾ ਰੂਪ ਵਿੱਚੋਂ ਤੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਬਾਰੂ ਬਚਨ ਕਰਕੇ ਹੀ ਤੇ ਭਾਈ ਲਹਿਣਾ ਜੀ ਦਾ ਅਵਤਾਰ ਹੋਇਆ ਸੀ। ਇਹ ਤੇ ਪਹਿਲਾਂ ਹੀ ਸਤਿਗੁਰੂ ਜੀ ਨਿਜਿਤ ਹੋਣ ਸਨ। ਇਹ ਤੇ ਸਾਨੂੰ ਸਿੱਖਿਆ ਦਿੱਤੀ ਹੈ ਵੀ ਪੁਰਖਾ ਤੋਂ ਇਵੇਂ ਸਾਡੇ ਦੂਸਰੇ ਜਾਮੇ ਵਿੱਚ ਕਰਨਾ ਹੈ। ਤੇ ਜਿਸ ਕਰਕੇ ਪ੍ਰੇਮਾ ਭਗਤੀ ਚੰਗੀ ਤਰ੍ਹਾਂ ਆਪ ਕਰਨੀ ਹੈ, ਦੂਜਿਆਂ ਪਾਸੋਂ ਕਰਾਉਣੀ ਹੈ। ਜਿਸ ਕਰਕੇ ਇਸ ਜੀਵ ਕੀ ਇਸ ਕਲਯੁਗ ਦੇ ਜਿਹੜੇ ਜੀਵ ਹੈ ਉਹਨਾਂ ਦੇ ਹਿਰਦੇ ਵਿੱਚ ਗਿਆਨ ਹੋ ਜਾਏਗਾ ਤੇ ਨਾ ਗਿਆਨ ਦੇ ਨਾਲ ਗਤ ਹੋਵੇ ਕਲਿਆਣ ਹੋ ਜਾਏਗੀ। ਏਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ, ਸ੍ਰੀ ਲਹਿਣੇ ਜੀ ਕੋ ਉਪਦੇਸ਼ ਪ੍ਰਸੰਗਾ, ਵਰਣਨ ਨਾਮ 150ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅਖੀਰਲੇ ਹਿੱਸੇ ਦੇ 51 ਅਧਿਆਏ ਸਮਾਪਤ ਹੋ ਗਏ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਕਰਨੀ, ਜੋ ਆਪ ਜੀ ਨੇ ਉਪਦੇਸ਼ ਕੀਤਾ ਸਾਡੇ ਮਨਾਂ 'ਤੇ ਵੀ ਇਹਦਾ ਅਸਰ ਹੋਵੇ। ਸਾਨੂੰ ਵੀ ਇਹ ਗੁਣ ਬਖਸ਼ੋ, ਅਸੀਂ ਵੀ ਸਤਸੰਗ ਜਿਹੜੀ ਹੈ ਮਹਾਰਾਜ ਜੀ ਦੇ ਬਚਨਾਂ ਨਾਲ ਕਰਨੀ ਸ਼ੁਰੂ ਕਰ ਦਈਏ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ ਖੇਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਮਹਾਭਾਗ ਲਹਿਣੇ ਸੁਨ ਲੀਜਾ, ਤਾਂ ਤੇ ਸਤ ਸੰਗ ਰੀਤ ਕਰੀਜਾ, ਭਾਉ ਭਗਤ ਕਰਨੀ ਬਿਦਨੀ ਕੀ, ਹਿਰਦਾ ਗਿਆਨ ਗਤ ਹੋਇ ਸਜੀ ਕੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ, ਸ੍ਰੀ ਲਹਿਣੇ ਜੀ ਕੋ ਉਪਦੇਸ਼ ਪ੍ਰਸੰਗਾ, ਵਰਣਨ ਨਾਮ 150ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।